शायद जथेदार साहब ये भुल गए ने कि कुछ समा पहला ही निहंग जथेबंदियां ने एक चिट्ठी लिखी सी कि उन्हां नाल वितकरा किया जाता है। वितकरा यह किया जाता है कि उन्हां दे ਅੰਮ੍ਰਿਤ ਛਕਣ ਤੋਂ ਬਾਅਦ ਭਾਂਡੇ ਅਲੱਗ ਕਰ ਦਿੱਤੇ ਜਾਂਦੇ ਨੇ। ਕੱਲ ਸਪੀਚ ਵਿੱਚ ਜ਼ਿਕਰ ਕਰਦੇ ਨੇ ਕਿ ਦਲਿਤਾਂ ਨਾਲ ਵਿਤਕਰਾ ਹੋ ਰਿਹਾ, ਸਾਨੂੰ ਗੁਰੂ ਗ੍ਰੰਥ ਸਾਹਿਬ ਇੱਕ ਸੇਧ ਦਿੰਦੇ ਨੇ। ਫਿਰ ਜਥੇਦਾਰ ਦੀ ਇੰਨੀ ਹਿੰਮਤ ਨਹੀਂ ਗਈ ਸੀ, ਉਹ ਇਹਨਾਂ ਨੇ ਮੁੱਦੇ ਨੂੰ ਟੱਚ ਨਹੀਂ ਕੀਤਾ। ਪਰ ਕੱਲ ਜਿਹੜੀ ਸਪੀਚ ਦਿੱਤੀ ਹੈ ਫਿਰ ਲੱਗਦਾ ਕਿ ਉਸ ਤੋਂ ਉਲਟ ਸਪੀਚ ਦਿੱਤੀ ਉਹਨਾਂ ਨੇ। ਨਹੀਂ, ਇਕੱਲੀ ਉਸ ਤੋਂ ਉਲਟ ਨਹੀਂ ਦਿੱਤੀ। ਕੱਲ੍ਹ ਵਾਲੀ ਜਿਹੜੀ ਸਪੀਚ ਆ ਉਹ ਬੁਨਿਆਦੀ ਤੌਰ 'ਤੇ ਸਿੱਖ ਸਿਧਾਂਤਾਂ ਤੋਂ ਹੀ ਉਲਟ ਆ। ਜਦੋਂ ਦਰਬਾਰ ਸਾਹਿਬ ਦੇ ਵਿੱਚ ਮੂਰਤੀਆਂ ਸਥਾਪਿਤ ਹੋ ਗਈਆਂ ਸੀ, ਮੂਰਤੀ ਪੂਜਾ ਹੋਣ ਲੱਗ ਗਈ ਸੀ ਤੇ ਦਲਿਤਾਂ ਦੀ ਦੇਗ ਨਹੀਂ ਪ੍ਰਵਾਨ ਕੀਤੀ ਜਾਂਦੀ ਸੀ ਤੇ ਇਹ ਵੀ ਕਿਹਾ ਜਾਂਦਾ ਉਹਨਾਂ ਦੀ ਕੋਈ ਸਮਾਂ ਸੀ ਵੀ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਉਹ ਦਾਖਲ ਹੋ ਜਾਣ। ਤੁਸੀਂ ਦੇਖੋ, ਇੱਕ ਪਾਸੇ ਸਿੱਖ ਸੰਘਰਸ਼ ਇਤਿਹਾਸ, ਦੂਜੇ ਪਾਸੇ ਸਿੱਖਾਂ ਦਾ ਜਿਹੜਾ ਸਭ ਤੋਂ ਵੱਡਾ ਸਥਾਨ ਆ, ਉਹ 'ਚ ਜੋ ਸਾਰਾ ਪ੍ਰਬੰਧ ਆ ਉਹ ਸਿੱਖੀ ਸਿਧਾਂਤਾਂ ਤੋਂ ਭਟਕਿਆ ਹੋਇਆ। ਵੀ ਜੋ ਸਿੱਖਾਂ ਦੇ ਅੰਦਰ ਬ੍ਰਾਹਮਣਵਾਦ ਦੀ ਘੁਸਪੈਠ ਹੋ ਚੁੱਕੀ ਆ, ਜਥੇਦਾਰ ਉਹਨੂੰ ਪ੍ਰੋਟੈਕਟ ਕਰ ਰਿਹਾ, ਉਹਨੂੰ ਸਰਪ੍ਰਸਤੀ ਦੇ ਰਿਹਾ, ਉਹ ਤੇ ਉਂਗਲ ਨਹੀਂ ਰੱਖ ਰਿਹਾ। ਸਿੱਖੀ ਦੇ ਅੰਦਰ ਅੱਜ ਸਿੱਖ ਸਮਾਜ ਦੇ ਅੰਦਰ ਜਾਤ ਪਾਤ ਵਾਲੀ ਗੱਲ ਹੈਗੀ ਆ, ਉਹ ਕਿੱਤਿਆਂ ਕਰਕੇ ਵੀ ਹੈਗੀ ਆ, ਉਹ ਜਿਹੜਾ ਬ੍ਰਾਹਮਣਵਾਦੀ ਸਾਡੇ ਤੇ ਅਸਰ ਆ ਉਹਦੇ ਕਰਕੇ ਵੀ ਹੈਗੀ ਆ। ਜੱਟਵਾਦ ਕੀ ਆ ਜੀ? ਜੱਟਵਾਦ ਆਪਣੇ ਆਪ 'ਚ ਬ੍ਰਾਹਮਣਵਾਦ ਦੀ ਇੱਕ ਰੂਪ ਆ। ਜਥੇਦਾਰ ਇਹ ਕਿਉਂ ਨਹੀਂ ਕਹਿ ਸਕਦਾ ਵੀ ਜਾਤ ਪਾਤ ਦੇ ਆਧਾਰ ਤੇ ਗੁਰਦੁਆਰਾ ਸਾਹਿਬ ਨਹੀਂ ਹੋ ਸਕਦੀ? ਸ਼੍ਰੋਮਣੀ ਕਮੇਟੀ ਇਹ ਕਿਉਂ ਨਹੀਂ ਫੈਸਲੇ ਲੈ ਸਕਦੀ ਵੀ ਜਾਤ ਪਾਤ ਦੇ ਆਧਾਰ ਤੇ ਜਿਹੜੇ ਗੁਰਦੁਆਰੇ ਬਣਨਗੇ ਅਸੀਂ ਉਹਨਾਂ ਨੂੰ ਗ੍ਰਾਂਟਾਂ ਨਹੀਂ ਦੇਣਗੇ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲ ਪੂਰੇ ਹੋ ਚੁੱਕੇ ਨੇ ਤੇ ਉਸ ਤੋਂ ਬਾਅਦ ਜਥੇਦਾਰ ਸਾਹਿਬ ਜਿਸ ਤਰੀਕੇ ਨਾਲ ਸੰਗਤਾਂ ਨੂੰ ਸੰਬੋਧਨ ਕਰਦੇ ਨੇ, ਕਿਤੇ ਨਾ ਕਿਤੇ ਪੰਜਾਬ ਦੇ ਸਿੱਖ ਗਲਿਆਰੇ ਵਿੱਚ ਹਲਚਲ ਆਉਂਦੀ ਹੈ। ਹਲਚਲ ਇਸ ਚੀਜ਼ ਨੂੰ ਲੈ ਕੇ ਆਉਂਦੀ ਹੈ ਕਿ ਸਰੂਪਾਂ ਦੀ ਵੀ ਗੱਲ ਹੁੰਦੀ ਹੈ ਕਿ ਇਹ ਇੱਕ ਧਾਰਮਿਕ ਮੁੱਦਾ ਨਹੀਂ ਹੈਗਾ, ਇੱਕ ਕਰਪਸ਼ਨ ਦਾ ਮੁੱਦਾ ਹੈ। ਦੂਸਰੇ ਪਾਸੇ ਦਲਿਤਾਂ ਨੂੰ ਲੈ ਕੇ ਵੀ ਗੱਲ ਕੀਤੀ ਜਾਂਦੀ ਹੈ। ਥੋੜ੍ਹੀ ਇੱਥੇ ਇੱਕ ਟਿੱਪਣੀ ਕਰਨਾ ਚਾਹਾਂਗਾ ਕਿ ਜਿਸ ਤਰੀਕੇ ਨਾਲ ਦਲਿਤਾਂ ਦੇ ਮੁੱਦੇ ਨੂੰ ਲੈ ਕੇ ਜਥੇਦਾਰ ਸਾਹਿਬ ਨੇ ਬਿਆਨ ਵੀ ਦਿੱਤੇ ਨੇ, ਸ਼ਾਇਦ ਜਥੇਦਾਰ ਸਾਹਿਬ ਇਹ ਭੁੱਲ ਗਏ ਨੇ ਕਿ ਕੁਝ ਸਮਾਂ ਪਹਿਲਾਂ ਹੀ ਨਿਹੰਗ ਜਥੇਬੰਦੀਆਂ ਨੇ ਇੱਕ ਚਿੱਠੀ ਲਿਖੀ ਸੀ ਕਿ ਉਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਵਿਤਕਰਾ ਇਹ ਕੀਤਾ ਜਾਂਦਾ ਕਿ ਉਹਨਾਂ ਦੇ ਅੰਮ੍ਰਿਤ ਛਕਣ ਤੋਂ ਬਾਅਦ ਭਾਂਡੇ ਅਲੱਗ ਕਰ ਦਿੱਤੇ ਜਾਂਦੇ ਨੇ। ਜਥੇਦਾਰ ਇਸ ਚੀਜ਼ ਉੱਤੇ ਚੁੱਪ ਰਹਿੰਦੇ ਨੇ। ਹੁਣ ਮੁੱਦਾ ਇਸ ਚੀਜ਼ ਨੂੰ ਲੈ ਕੇ ਉਭਾਰਿਆ ਜਾ ਰਿਹਾ ਹੈ ਕਿ ਜੋ ਸਰੂਪ ਚੋਰੀ ਹੋਏ ਨੇ ਉਹ ਕੋਈ ਵੀ ਰਾਜਨੀਤੀ ਪਾਰਟੀ ਨਾਲ ਸੰਬੰਧ ਨਹੀਂ ਹੈ। ਪਰ ਜਿਸ ਤਰੀਕੇ ਨਾਲ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਨੇ ਉਹ ਵੀ ਉੱਥੇ ਜਾ ਕੇ ਧਰਨਾ ਦਿੰਦੇ ਨੇ ਕਿ ਇਸ ਦਾ ਪਤਾ ਹੋਣਾ ਚਾਹੀਦਾ ਵੀ ਸਰੂਪ ਗਏ ਕਿੱਥੇ। ਸਾਡੇ ਸਾਹਮਣੇ ਮੌਜੂਦ ਨੇ ਮਾਲਵਿੰਦਰ ਸਿੰਘ ਮਾਲੀ, ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਸ਼ੁਰੂਆਤ ਕਰਾਂਗੇ ਕਿ ਜੋ ਜਥੇਦਾਰ ਸਾਹਿਬ ਨੇ ਸਪੀਚ ਦਿੱਤੀ ਹੈ ਕਿ ਉਹ ਇੱਕ ਧਾਰਮਿਕ ਸਪੀਚ ਸੀ ਜਾਂ ਇੱਕ ਸਿਆਸੀ ਗਲਿਆਰੇ ਦੇ ਵਿੱਚ ਇੱਕ ਗਰਮੀ ਪੈਦਾ ਕਰ ਦਿੱਤੀ ਗਈ ਹੈ। ਸਾਡੇ ਨਾਲ ਮੌਜੂਦ ਨੇ ਮਾਲਵਿੰਦਰ ਸਿੰਘ ਮਾਲੀ। ਮਾਲੀ ਸਾਹਿਬ ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਮਾਲੀ ਸਾਹਿਬ, ਪਹਿਲਾਂ ਮੇਰਾ ਸਵਾਲ ਇਹ ਹੈ ਕਿ ਜਿਸ ਤਰੀਕੇ ਨਾਲ ਜੋ ਸਪੀਚ ਦਿੱਤੀ ਗਈ ਹੈ, ਤੁਹਾਨੂੰ ਕੀ ਲੱਗਦਾ ਹੈ ਇਹ ਕਿਤੇ ਧਾਰਮਿਕ ਸਪੀਚ ਸੀ ਕਿ ਇੱਕ ਰਾਜਨੀਤੀ ਵਿੱਚੋਂ ਇੱਕ ਝਲਕੀ ਦਿਖਾਈ ਦਿੱਤੀ ਸੀ ਜਥੇਦਾਰ ਸਾਹਿਬ ਦੀ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਸਾਨੂੰ ਜੋ ਸਿੱਖ ਧਰਮ, ਸਿੱਖ ਸਿਧਾਂਤ ਨੇ, ਸਿੱਖ ਸੰਸਥਾਵਾਂ ਨੇ, ਸਿੱਖ ਪਰੰਪਰਾਵਾਂ ਨੇ, ਉਹਨਾਂ ਬਾਰੇ ਸਹੀ ਸਮਝ ਧਾਰਨ ਕਰਨ ਦੀ ਲੋੜ ਆ। ਜੇ ਅਸੀਂ ਉਹਨਾਂ ਬਾਰੇ ਸਹੀ ਸਮਝ ਨਹੀਂ ਧਾਰਨ ਕਰਾਂਗੇ ਤਾਂ ਕਿਸੇ ਵੀ ਮਸਲੇ ਬਾਰੇ ਅਸੀਂ ਅਕਸਰ ਟਪਲਾ ਖਾ ਜਾਵਾਂਗੇ। ਕਿਉਂਕਿ ਸਿੱਖਾਂ ਦੇ ਵਿੱਚ ਜਦੋਂ ਇਹ ਕਿਹਾ ਜਾਂਦਾ ਵੀ ਸਾਡੀ ਧਰਮ ਤੇ ਰਾਜਨੀਤੀ ਇਕੱਠੀ ਆ, ਮੀਰੀ ਪੀਰੀ ਦਾ ਸਿਧਾਂਤ ਆ ਜਿਹੜਾ ਸਾਡਾ ਆਪਸ ਦੇ ਵਿੱਚ ਮੇਲ ਵਾਲਾ, ਤਾਂ ਇਸ ਗੱਲ ਨੂੰ ਸਮਝਣ ਦੀ ਲੋੜ ਆ ਵੀ ਇਸ ਸੰਕਲਪ ਦਾ ਮਤਲਬ ਕੀ ਆ। ਦੇਖੋ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਜੋ ਗੁਰਬਾਣੀ ਆ, ਜੋ ਉਹ ਸੰਦੇਸ਼ ਦਿੰਦੀ ਆ ਲੋਕਾਂ ਨੂੰ, ਜਗਤ ਨੂੰ, ਮਨੁੱਖਤਾ ਨੂੰ, ਉਹ ਸਭ ਤੋਂ ਉੱਚੀ ਸੁੱਚੀ ਸਿਆਸਤ ਆ। ਸਿਆਸਤ ਕੀ ਹੁੰਦੀ ਆ ਜੀ? ਸਿਆਸਤ ਇਹ ਹੁੰਦੀ ਆ ਵੀ ਮਨੁੱਖ ਦੇ ਮਨੁੱਖ ਨਾਲ ਕਿਹੋ ਜਿਹੇ ਸੰਬੰਧ ਹੋਣ, ਮਨੁੱਖ ਦੇ ਆਰਥਿਕਤਾ ਨਾਲ ਕਿਹੋ ਜਿਹੇ ਸੰਬੰਧ ਹੋਣ, ਮਨੁੱਖ ਦੇ ਸਮਾਜ ਨਾਲ ਕਿਹੋ ਜਿਹੇ ਸੰਬੰਧ ਹੋਣ, ਮਨੁੱਖਾਂ ਦਾ ਜੋ ਪ੍ਰਚਲਿਤ ਰਾਜਨੀਤਿਕ ਸਿਸਟਮ ਆ ਉਹਦੇ ਨਾਲ ਕਿਹੋ ਜਿਹੇ ਸੰਬੰਧ ਹੋਣ, ਜੋ ਵਰਤਾਰੇ ਚੱਲ ਰਹੇ ਨੇ ਸਮਾਜ ਦੇ ਵਿੱਚ, ਇਨਸਾਫ ਦੇ ਵੀ ਚੱਲ ਰਹੇ ਨੇ, ਬੇਇਨਸਾਫੀ ਦੇ ਵੀ ਚੱਲ ਰਹੇ ਨੇ, ਜ਼ੁਲਮ ਦੇ ਵੀ ਚੱਲ ਰਹੇ ਨੇ, ਧੋਖੇ ਦੇ ਵੀ ਚੱਲ ਰਹੇ ਨੇ, ਉਹਨਾਂ ਪ੍ਰਤੀ ਮਨੁੱਖ ਦਾ ਦ੍ਰਿਸ਼ਟੀਕੋਣ ਕੀ ਹੋਣਾ ਚਾਹੀਦਾ, ਇਹ ਸਿਆਸਤ ਆ। ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸੇ ਗੱਲ ਦੀ ਵਿਆਖਿਆ ਕੀਤੀ ਹੋਈ ਆ ਵੀ ਮਨੁੱਖ ਆ ਜਿਹੜਾ ਉਹਨੂੰ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ, ਝੂਠ ਦੀ ਕੰਧ ਕਿਵੇਂ ਤੋੜੀ ਜਾਵੇ ਤੇ ਸੱਚ ਨੂੰ ਕਿਵੇਂ ਬੁਲੰਦ ਕੀਤਾ ਜਾਵੇ। ਇਸ ਨਜ਼ਰੀਏ ਤੋਂ ਜਦੋਂ ਅਸੀਂ ਦੇਖਦੇ ਹਾਂ, ਚਾਹੇ ਉਹ ਜਥੇਦਾਰ ਦੀ ਸਪੀਚ ਹੋਵੇ ਜਾਂ ਕੋਈ ਹੋਰ ਉੱਥੇ ਸਪੀਚਾਂ ਹੋਣ, ਉਹ ਸਿਆਸੀ ਨੇ,
ਸਾਰੀ ਸਪੀਚਾਂ ਸਿਆਸੀ ਨੇ। ਮੈਂ ਅੱਗੇ ਉਹ ਤੋਂ ਪਹਿਲਾਂ ਇੱਕ ਛੋਟਾ ਜਿਹਾ ਸਵਾਲ ਕਰਨਾ ਚਾਹੁੰਦਾ, ਜਿਸ ਤਰ੍ਹਾਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਸ਼ਾਇਦ ਤੁਹਾਨੂੰ ਵੀ ਯਾਦ ਹੋਣਾ, ਕੁਝ ਨਿਹੰਗ ਜਥੇਬੰਦੀਆਂ ਨੇ ਗੱਲ ਕਹੀ ਸੀ ਕਿ ਜਦੋਂ ਅਸੀਂ ਅੰਮ੍ਰਿਤਪਾਤ ਕਰਨੇ ਆ ਸਾਡੇ ਨਾਲ ਵਿਤਕਰਾ ਕੀਤਾ ਜਾਂਦਾ, ਸਾਡੇ ਭਾਂਡੇ ਲੱਕ ਦਿੱਤੇ ਜਾਂਦੇ ਨੇ। ਜਥੇਦਾਰ ਸਾਹਿਬ ਕੋਲ ਚਿੱਠੀ ਜਾਂਦੀ ਹੈ, ਜਥੇਦਾਰ ਸਾਹਿਬ ਨੇ ਐਕਸ਼ਨ ਕਿਉਂ ਨਹੀਂ ਲਿਆ? ਕੱਲ ਸਪੀਚ ਵਿੱਚ ਜ਼ਿਕਰ ਕਰਦੇ ਨੇ ਕਿ ਦਲਿਤਾਂ ਨਾਲ ਵਿਤਕਰਾ ਹੋ ਰਿਹਾ, ਸਾਨੂੰ ਗੁਰੂ ਗ੍ਰੰਥ ਸਾਹਿਬ ਇੱਕ ਸੇਧ ਦਿੰਦੇ ਨੇ, ਫਿਰ ਜਥੇਦਾਰ ਦੀ ਇੰਨੀ ਹਿੰਮਤ ਨਹੀਂ ਗਈ ਸੀ, ਉਹ ਇਹਨਾਂ ਨੇ ਮੁੱਦੇ ਨੂੰ ਟੱਚ ਨਹੀਂ ਕੀਤਾ। ਪਰ ਕੱਲ ਜਿਹੜੀ ਸਪੀਚ ਦਿੱਤੀ ਹੈ, ਫਿਰ ਲੱਗਦਾ ਕਿ ਉਸ ਤੋਂ ਉਲਟ ਸਪੀਚ ਦਿੱਤੀ ਉਹਨਾਂ ਨੇ। ਨਹੀਂ, ਇਕੱਲੀ ਉਸ ਤੋਂ ਉਲਟ ਨਹੀਂ ਦਿੱਤੀ। ਕੱਲ੍ਹ ਵਾਲੀ ਜਿਹੜੀ ਸਪੀਚ ਆ ਉਹ ਬੁਨਿਆਦੀ ਤੌਰ ਤੇ ਸਿੱਖ ਸਿਧਾਂਤਾਂ ਤੋਂ ਹੀ ਉਲਟਾ। ਤੁਸੀਂ ਇਹ ਦੇਖੋ ਵੀ ਤੁਸੀਂ ਸਿੱਖ ਰਹਿਤ ਮਰਿਆਦਾ ਨੂੰ ਬੁਲੰਦ ਨਹੀਂ ਕਰਦੇ। ਤੁਸੀਂ ਸਿੱਖਾਂ ਦੇ ਵਿੱਚ ਜਿੰਨੀਆਂ ਵੀ ਸੰਪਰਦਾਵਾਂ ਨੇ, ਅੱਡ ਅੱਡ ਨਿਹੰਗ ਸੰਪਰਦਾਵਾਂ ਨੇ, ਧਾਰਮਿਕ ਨੇ, ਡੇਰਾਵਾਦ ਆ, ਤੁਸੀਂ ਸਾਰਿਆਂ ਨੂੰ ਉਚਾਰ ਰਹੇ ਹੋ। ਤੁਸੀਂ ਸਾਰਿਆਂ ਨੂੰ ਇਹ ਕਹਿ ਰਹੇ ਹੋ ਵੀ ਇਹਨਾਂ ਦਾ ਮਾਣ ਤਾਣ ਕਾਇਮ ਰੱਖਣਾ ਜ਼ਰੂਰੀ ਆ, ਇਹਨਾਂ ਦੀਆਂ ਜਿਹੜੀਆਂ ਅਗਵਾਨੋ ਸ਼ਖਸੀਅਤ ਨੇ ਉਹਨਾਂ ਤੇ ਆਲੋਚਨਾ ਕੀਤੀ ਜਾ ਰਹੀ ਆ, ਸੰਸਥਾਵਾਂ ਦੇ ਅਮਲ ਤੇ ਆਲੋਚਨਾ ਕੀਤੀ ਜਾ ਰਹੀ ਆ। ਇਹਦਾ ਮਤਲਬ ਕੀ ਆ ਵੀ ਸਿੱਖੀ ਦੇ ਵਿੱਚ ਇੱਕ ਨਿਗਾਰ 1920 ਤੱਕ ਆਇਆ ਸੀ ਜਿਹੜਾ ਸਿਖਰ ਤੇ ਸੀ। ਜਿਹੜੀ ਘਟਨਾ ਦੀ ਤੁਸੀਂ ਜ਼ਿਕਰ ਕਰਦੇ ਹੋ, ਜਦੋਂ ਦਰਬਾਰ ਸਾਹਿਬ ਦੇ ਵਿੱਚ ਮੂਰਤੀਆਂ ਸਥਾਪਿਤ ਹੋ ਗਈਆਂ ਸੀ, ਮੂਰਤੀ ਪੂਜਾ ਹੋਣ ਲੱਗ ਗਈ ਸੀ, ਤੇ ਦਲਿਤਾਂ ਦੀ ਦੇਗ ਨਹੀਂ ਪ੍ਰਵਾਨ ਕੀਤੀ ਜਾਂਦੀ ਸੀ, ਤੇ ਇਹ ਵੀ ਕਿਹਾ ਜਾਂਦਾ ਉਹਨਾਂ ਦੀ ਕੋਈ ਸਮਾਂ ਸੀ ਵੀ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਉਹ ਦਾਖਲ ਹੋ ਜਾਣ। ਤੁਸੀਂ ਦੇਖੋ, ਇੱਕ ਪਾਸੇ ਸਿੱਖ ਸੰਘਰਸ਼ ਇਤਿਹਾਸ, ਦੂਜੇ ਪਾਸੇ ਸਿੱਖਾਂ ਦਾ ਜਿਹੜਾ ਸਭ ਤੋਂ ਵੱਡਾ ਸਥਾਨ ਆ, ਉਹ 'ਚ ਜੋ ਸਾਰਾ ਪ੍ਰਬੰਧ ਆ ਉਹ ਸਿੱਖੀ ਸਿਧਾਂਤਾਂ ਤੋਂ ਭਟਕਿਆ ਹੋਇਆ। ਜਿਹੜੀਆਂ ਗੱਲਾਂ ਦਾ ਸਿੱਖੀ ਵਿਰੋਧ ਕਰਦੀ ਆ ਉਹ ਉੱਥੇ ਲਾਗੂ ਕੀਤੀਆਂ ਜਾ ਰਹੀਆਂ। ਇਸੇ ਤਰ੍ਹਾਂ ਜੋ ਸਿੰਘ ਸਾਹਿਬ ਅੱਜ ਸਭ ਨੂੰ ਇਕੱਠੇ ਹੋਣ ਦੀ ਗੱਲ ਕਹਿ ਰਹੇ ਨੇ, ਠੀਕ ਆ, ਇਕੱਠੇ ਹੋਣਾ ਚਾਹੀਦਾ, ਏਕਤਾ ਦੇ ਵਿੱਚ ਵਾਲਾ, ਮਨੁੱਖਤਾ ਨੂੰ ਵੀ ਇਕੱਠੇ ਹੋਣਾ ਚਾਹੀਦਾ, ਸਿੱਖਾਂ ਨੂੰ ਵੀ ਇਕੱਠਾ ਹੋਣਾ ਚਾਹੀਦਾ। ਪਰ ਉਹਦਾ ਆਧਾਰ ਕੀ ਹੋਵੇ? ਕੀ ਉਹਦਾ ਆਧਾਰ ਸਿੱਖ ਸਿਧਾਂਤ ਹੋਣ, ਸਿੱਖ ਰਹਿਤ ਮਰਿਆਦਾ ਹੋਵੇ, ਜਾਂ ਜੋ ਪ੍ਰਚਲਿਤ ਬ੍ਰਾਹਮਣਵਾਦੀ ਕਦਰਾਂ ਕੀਮਤਾਂ ਨੇ ਉਹਨਾਂ ਨੂੰ ਬਿਨਾਂ ਟੱਚ ਕੀਤੇ, ਜੋ ਸਾਡੇ ਵਿੱਚ ਵਿਪਰ ਸੰਸਕਾਰ ਆ ਬੜੇ, ਬਿਨਾਂ ਉਹਨਾਂ ਤੇ ਉਂਗਲ ਧਰੇ ਤੁਸੀਂ ਕਹੋ ਸਾਰਾ ਅਮਲਗਮੇਟਡ ਫੰਡ ਆ ਜਿਹੜਾ ਅਸੀਂ ਇਕੱਠਾ ਕਰ ਲਾਂਗੇ, ਤੇ ਉਹ ਤੋਂ ਫਿਰ ਕੱਢੋਗੇ ਕੀ? ਉਹਨਾਂ ਨੂੰ ਸੇਧ ਕੀ ਦੇਵੋਗੇ? ਉਹ ਦੁਨਿਆਵੀ ਕਦਰਾਂ ਕੀਮਤਾਂ ਦੇ ਵਿੱਚ, ਦੁਨਿਆਵੀ ਅਮਲ ਦੇ ਵਿੱਚ, ਸਮਾਜੀ ਅਮਲ ਦੇ ਵਿੱਚ ਕਰਨਗੇ ਕੀ ਉਹ? ਤੁਸੀਂ ਇੱਕ ਵੀ ਗੱਲ ਸਿੱਖ ਸਿਧਾਂਤ ਨੂੰ ਬੁਲੰਦ ਕਰਨ ਦੀ ਨਹੀਂ ਕੀਤੀ ਜਥੇਦਾਰ ਨੇ। ਜੋ ਪ੍ਰਚਲਿਤ ਸਿਸਟਮ ਆ ਜਿਹਦੇ ਵਿੱਚ ਬਹੁਤ ਔਗਣ ਨੇ, ਬਹੁਤ ਗੜਬੜਾਂ ਨੇ, ਉਹਨੂੰ ਪੂਰੀ ਤਰ੍ਹਾਂ ਡਿਫੈਂਡ ਕਰਨ ਦੀ ਗੱਲ ਕੀਤੀ ਹੈ। ਤੇ ਜਥੇਦਾਰ ਸਾਹਿਬ ਨੇ ਇੱਕ ਇਤਿਹਾਸ ਗਨਾਇਆ 1920 ਦਾ। ਕਰਤਾਰ ਸਿੰਘ ਦੀ ਗੱਲ ਕਰ ਲਈਏ, ਚੰਬਲ ਸਾਹਿਬ ਦੀ ਗੱਲ ਕਰ ਲਈਏ, ਤੇਜਾ ਸਿੰਘ ਦੀ ਗੱਲ ਕਰ ਲਈ, ਜਿਸ ਤੱਕ ਤੁਹਾਨੂੰ ਵੀ ਪਤਾ ਇਤਿਹਾਸ ਸਾਰਿਆਂ ਨੂੰ ਪਤਾ ਹੈਗਾ ਕਿ 1920 ਤੋਂ ਬਾਅਦ ਜਿਸ ਤਰੀਕੇ ਨਾਲ ਅਕਾਲ ਤਖਤ ਸਾਹਿਬ ਤੇ ਜਾ ਕੇ ਦੇਗ ਪ੍ਰਵਾਨ ਹੋਈ ਸੀ, ਉੱਥੇ ਜਾ ਕੇ ਉਸ ਤੋਂ ਬਾਅਦ ਜਥੇਦਾਰ ਦੀ ਇੱਕ ਅਹੁਦਾ ਚੱਲ ਪੈਂਦਾ। ਜਿਹੜੇ ਅੱਜ ਨਿਹੰਗ ਚਿੱਠੀ ਦੀ ਉਡੀਕ ਕਰਦੇ ਨੇ, ਮੈਂ ਹੁਣ ਪਹਿਲਾਂ ਵੀ ਜ਼ਿਕਰ ਕੀਤਾ, ਉਹ ਜਥੇਦਾਰ ਸਾਹਿਬ ਉਹਨਾਂ ਨੂੰ ਚਿੱਠੀ ਲਿਖ ਕੇ ਕਿਉਂ ਨਹੀਂ ਕਹਿੰਦੇ ਕਿ ਤੁਹਾਡੇ ਨਾਲ ਅੱਜ ਤੋਂ ਬਾਅਦ ਨਹੀਂ ਹੋਏਗਾ? ਜਥੇਦਾਰ ਸਾਹਿਬ ਸਪੀਚ ਜ਼ਿਕਰ ਕਰਦੇ ਨੇ ਕਿਉਂਕਿ ਇਹ ਬਹੁਤ ਅਹਿਮ ਮੁੱਦਾ ਹੈ, ਇਹ ਚੀਜ਼ ਹੋਣੀ ਨਹੀਂ ਚਾਹੀਦੀ। ਆਵਾਜ਼ ਉੱਠ ਰਹੀ ਹੈ, ਜਥੇਦਾਰ ਸਾਹਿਬ ਚੱਲ ਪਏ ਨੇ ਦੂਜੇ ਪਾਸੇ। ਜਥੇਦਾਰ ਸਾਹਿਬ ਸਰੂਪ ਨੂੰ ਲੈ ਕੇ ਵੀ ਗੱਲ ਕੀਤੀ ਹੈ, ਪਰ ਅੱਜ ਤੱਕ ਉਹਨਾਂ ਨੂੰ ਉਡੀਕ ਹੈ ਚਿੱਠੀ ਦੀ ਕਿ ਜਥੇਦਾਰ ਸਾਹਿਬ ਇਸ ਤੋਂ ਕੋਈ ਐਕਸ਼ਨ ਲੈਣਗੇ। ਐਕਸ਼ਨ ਕਿਉਂ ਨਹੀਂ ਹੋ ਰਿਹਾ? ਮੈਂ ਤੁਹਾਨੂੰ ਇਹੀ ਗੱਲ ਕਹਿ ਰਿਹਾ ਨਾ ਜੀ, ਵੀ ਜੋ ਸਿੱਖਾਂ ਦੇ ਅੰਦਰ ਬ੍ਰਾਹਮਣਵਾਦ ਦੀ ਘੁਸਪੈਠ ਹੋ ਚੁੱਕੀ ਆ, ਜਥੇਦਾਰ ਉਹਨੂੰ ਪ੍ਰੋਟੈਕਟ ਕਰ ਰਿਹਾ, ਉਹਨੂੰ ਸਰਪ੍ਰਸਤੀ ਦੇ ਰਿਹਾ, ਉਹ ਤੇ ਉਂਗਲ ਨਹੀਂ ਰੱਖ ਰਿਹਾ। ਹੁਣ ਜਾਤ ਪਾਤ ਦੇ ਮਸਲੇ ਦੀ ਤੁਸੀਂ ਗੱਲ ਕਰਦੇ ਹੋ ਜੀ, ਸਿਧਾਂਤਕ ਤੌਰ ਤੇ ਸਿੱਖਾਂ ਦੇ ਵਿੱਚ ਜਾਤ ਪਾਤ ਦੀ ਕੋਈ ਥਾਂ ਨਹੀਂ ਸਿਧਾਂਤਕ ਤੌਰ ਤੇ। ਦੂਜੀ, ਜੋ ਹਿੰਦੂਆਂ ਦੇ ਵਿੱਚ ਵਰਨ ਆਸ਼ਰਮ ਵਾਲੀ ਜਾਤ ਪਾਤ ਆ, ਸਿੱਖੀ ਦੇ ਅੰਦਰ ਅੱਜ ਸਿੱਖ ਸਮਾਜ ਦੇ ਅੰਦਰ ਜਾਤ ਪਾਤ ਵਾਲੀ ਗੱਲ ਹੈਗੀ ਆ, ਉਹ ਕਿੱਤਿਆਂ ਕਰਕੇ ਵੀ ਹੈਗੀ ਆ, ਉਹ ਜਿਹੜਾ ਬ੍ਰਾਹਮਣਵਾਦੀ ਸਾਡੇ ਤੇ ਅਸਰ ਆ ਉਹਦੇ ਕਰਕੇ ਵੀ ਹੈਗੀ ਆ। ਜੱਟਵਾਦ ਕੀ ਆ ਜੀ? ਜੱਟਵਾਦ ਆਪਦੇ ਆਪ 'ਚ ਬ੍ਰਾਹਮਣਵਾਦ ਦੀ ਇੱਕ ਰੂਪ ਆ। ਜੱਟਵਾਦ ਕੋਈ ਸਿੱਖੀ ਦਾ ਰੂਪ ਨਹੀਂ ਹੈ। ਸਿੱਖੀ ਦਾ ਜੱਟਵਾਦ ਨਾਲ ਕੀ ਸੰਬੰਧ? ਸਿੱਖੀ ਦਾ ਸੰਬੰਧ ਆ ਕਿਰਤ ਨਾਲ, ਕਿਰਤੀ ਲੋਕਾਂ ਨਾਲ, ਕੰਮ ਕਰਨ ਵਾਲਿਆਂ ਨਾਲ, ਜਿਹੜਾ ਨਾਮ ਜਪਦਾ, ਵੰਡ ਛਕਦਾ, ਕਿਰਤ ਕਰਦਾ। ਸਿੱਖੀ ਦਾ ਸੰਬੰਧ ਉਹਨਾਂ ਨਾਲ ਆ। ਕਿਰਤ ਦੇ ਅੱਡ ਅੱਡ ਸੋਮੇ ਹੋ ਸਕਦੇ ਨੇ, ਕੋਈ ਕੁਛ ਕਰਦਾ, ਕੋਈ ਕੁਛ ਕਰ ਸਕਦਾ। ਇਸ ਕਰਕੇ ਸਿੱਖਾਂ ਦੇ ਵਿੱਚ ਜਿਹੜਾ ਜਾਤ ਪਾਤ ਦਾ ਅਸਰ ਆ ਉਹ ਬਿਲਕੁਲ ਜੋ ਹਿੰਦੂ ਸਮਾਜ 'ਚ ਜਾਤ ਪਾਤ ਆ ਉਹਦੇ ਨਾਲ ਬੁਨਿਆਦੀ ਤੌਰ ਤੇ ਵੱਖਰਾ। ਇਸ ਕਰਕੇ ਇਹਨੂੰ ਹੱਲ ਕਰਨ ਦੇ ਮਸਲੇ ਵੀ ਵੱਖਰੇ ਹੋਣਗੇ, ਢੰਗ ਤਰੀਕੇ ਵੀ ਵੱਖਰੇ ਹੋਣਗੇ, ਕਿਉਂਕਿ ਸਿੱਖਾਂ ਅੰਦਰ ਜਾਤ ਪਾਤ ਨੂੰ ਢੋਈ ਕੋਈ ਨਹੀਂ, ਸਮਾਜਿਕ ਤੌਰ ਤੇ ਵੀ ਢੋਈ ਕੋਈ ਨਹੀਂ। ਪਰ ਜੇ ਆਪਾਂ ਕਹੀਏ ਹੈ ਹੀ ਨਹੀਂ ਇਹ ਗੱਲ ਵੀ ਆਡੀਓ ਗਲਤ ਹੋਊਗੀ। ਸੋ ਜਥੇਦਾਰ ਕੀ ਨਹੀਂ ਹੋ ਸਕਦਾ? ਤੁਸੀਂ ਮੇਰੀ ਗੱਲ ਸੁਣੋ, ਜਥੇਦਾਰ ਇਹ ਕਿਉਂ ਨਹੀਂ ਕਹਿ ਸਕਦਾ ਵੀ ਜਾਤ ਪਾਤ ਦੇ ਆਧਾਰ ਤੇ ਗੁਰਦੁਆਰਾ ਸਾਹਿਬ ਨਹੀਂ ਹੋ ਸਕਦੇ? ਸ਼੍ਰੋਮਣੀ ਕਮੇਟੀ ਇਹ ਕਿਉਂ ਨਹੀਂ ਫੈਸਲੇ ਲੈ ਸਕਦੀ ਵੀ ਜਾਤ ਪਾਤ ਦੇ ਆਧਾਰ ਤੇ ਜਿਹੜੇ ਗੁਰਦੁਆਰੇ ਬਣਨਗੇ ਅਸੀਂ ਉਹਨਾਂ ਨੂੰ ਗ੍ਰਾਂਟਾਂ ਨਹੀਂ ਦੇਣਗੇ? ਧਰਮਵੀਰ ਗਾਂਧੀ ਆ ਜੀ, MP ਆ ਇੱਕ ਹਲਕੇ ਦਾ, ਆਪ ਚਾਹੇ ਉਹਦਾ ਧਰਮ ਹਿੰਦੂ ਆ ਪਰ ਉਹ ਪੰਜਾਬੀ ਆ, ਸਿੱਖ ਕਦਰਾਂ ਕੀਮਤਾਂ ਦਾ ਧਾਰਨੀ ਵੀ ਹੈ। ਉਹਨੇ ਇੱਕ ਗੱਲ ਕੀਤੀ ਵੀ ਮੈਂ ਉਸ ਪਿੰਡ 'ਚ ਸ਼ਮਸ਼ਾਨ ਘਾਟ ਨੂੰ ਗ੍ਰਾਂਟ ਦਿਉਂ ਜਿੱਥੇ ਸਾਂਝਾ ਸ਼ਮਸ਼ਾਨ ਘਾਟ ਹੋ। ਪੰਜਾਬ 'ਚ ਜਾਤਾਂ ਦੇ ਆਧਾਰ ਤੇ ਸ਼ਮਸ਼ਾਨ ਘਾਟ ਬਣੇ ਹੋਏ ਨੇ, ਇਹਨਾਂ ਖਾਤਰ ਕਿਉਂ ਨਹੀਂ ਆਦੇਸ਼ ਜਾਰੀ ਹੋ ਸਕਦਾ?
ਕਿਉਂ ਨਹੀਂ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਸਕਦਾ? ਉਹਦੇ ਖਾਤਰ ਸ਼੍ਰੋਮਣੀ ਇਹ ਕਮੇਟੀ ਕੰਮ ਕੀਤਾ ਇਹ ਸਾਰੀਆਂ ਚੀਜ਼ਾਂ ਹੁਣ ਧਰਮ ਦੀ ਤੁਸੀਂ ਗੱਲ ਕੀਤੀ ਹੈ, ਇਹ ਪਹਿਲੇ ਵੀ ਮੁੱਦੇ ਚੱਲਦੇ ਆਏ ਨੇ, ਇਹ ਸਵਾਲ ਪਹਿਲਾਂ ਵੀ ਹੁੰਦੇ ਆਏ ਨੇ ਕਿ ਦੋ ਗੁਰਦੁਆਰੇ, ਦੋ ਸ਼ਮਸ਼ਾਨ ਘਾਟ, ਜ਼ਿੰਮੇਵਾਰੀ ਕਿਸ ਦੀ ਹੈ? ਦੋ ਸ਼ਮਸ਼ਾਨ ਘਾਟ ਤਾਂ ਬਣ ਗਏ ਨੇ ਕਿ ਅਸੀਂ ਕਮਜ਼ੋਰ ਹੋ ਗਏ ਹਾਂ ਜਾਂ ਅਸੀਂ ਦਲਿਤਾਂ ਨੂੰ ਜਗ੍ਹਾ ਨਹੀਂ ਦੇ ਪਾਏ, ਸਾਡੇ ਦਲਿਤ ਟੁੱਟ ਕੇ ਜਿਹੜੇ ਨੂੰ ਡੇਰੇ ਵੱਲ ਚੱਲ ਗਏ ਨੇ। ਨਹੀਂ, ਇਹ ਅਸਲ ਇਹ ਹੈ ਵੀ ਸਿੱਖ ਜਿਹੜਾ ਗੁਰੂ ਸਾਹਿਬ ਨੇ ਵੀ ਕਿਹਾ ਨਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਅਸੀਂ ਸਾਡੇ ਮੂਲ ਨਾਲੋਂ ਟੁੱਟੇ ਹੋਏ ਹਾਂ। ਤੁਸੀਂ ਇਹ ਦੇਖੋ, ਇੱਕ ਬੜੇ ਵੱਡੇ ਸਿੱਖ ਚਿੰਤਕ ਨੇ ਪ੍ਰਿਥੀਪਾਲ ਸਿੰਘ ਕਪੂਰ, ਉਹਨਾਂ ਦੀ ਮੈਂ ਇੰਟਰਵਿਊ ਸੁਣ ਰਿਹਾ ਸੀ। ਉਹ ਕਹਿੰਦੇ ਅੱਜ ਗੁਰੂ ਹੈ ਜਿਹੜਾ ਉਹ ਸਿੱਖ ਨਾਲੋਂ ਅਲੱਗ ਹੋ ਗਿਆ। ਅੱਜ ਦੇ ਸਿੱਖ ਤੇ ਗੁਰੂ ਦੀ ਪ੍ਰਤੀਤ ਹੈ ਨਹੀਂ, ਕਿਉਂਕਿ ਜਿਹੜਾ ਸਿੱਖ ਆ ਉਹ ਸਿੱਖੀ ਸਿਧਾਂਤਾਂ ਤੋਂ ਦੂਰ ਚਲਿਆ ਗਿਆ, ਭਟਕਿਆ ਹੋਇਆ। ਇਹ ਜਿਹੜਾ ਪਾੜਾ, ਇਹਨੂੰ ਮਿਟਣ ਲਈ ਹਰ ਪੱਧਰ ਦੀ ਕੋਸ਼ਿਸ਼ ਆ। ਦੇਖੋ, ਇੱਕ ਪ੍ਰਚਲਿਤ ਰਵਾਇਤ ਆ ਅਕਾਲ ਤਖਤ ਸਾਹਿਬ ਦੀ, ਸਿੰਘ ਸਾਹਿਬਾਨ ਦੀ, ਜਿਨ੍ਹਾਂ ਨੇ ਵੱਡੇ ਮਸਲੇ ਲੈਣੇ ਆ ਸਿੱਖ ਜਗਤ ਨੂੰ, ਜੋ ਦਰਪੇਸ਼ ਮੁਸ਼ਕਲਾਂ ਨੇ, ਜੋ ਉਹਨਾਂ ਦੀਆਂ ਲੋੜਾਂ ਨੇ ਜਾਂ ਕਿਸੇ ਗੱਲ ਦੀ ਆ, ਉਹਨਾਂ ਬਾਰੇ ਫੈਸਲੇ ਲੈਣੇ ਨੇ। ਇਹ ਉਹਨਾਂ ਦਾ ਕੰਮ ਆ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹਨੇ ਗੁਰਦੁਆਰਿਆਂ ਦਾ ਪ੍ਰਬੰਧ ਵੀ ਕਰਨਾ ਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਵੀ ਕਰਨਾ। ਜਥੇ ਸਾਹਿਬ ਨੇ ਇੱਕ ਗੱਲ ਹੋਰ ਕਹੀ ਹੈ ਕਿ ਜੋ ਸਰੂਪ ਚੋਰੀ ਹੋਏ ਨੇ ਉਸ ਦੀ ਨਿਰਪੱਖ ਜਾਂਚ ਹੋ ਚੁੱਕੀ ਹੈ। ਜੇ ਕਿਸੇ ਨੂੰ ਕੋਈ ਕਾਪੀ ਚਾਹੀਦੀ ਹੈ, ਉਹਨਾਂ ਦੀ ਵੈਬਸਾਈਟ ਤੇ ਹੈਗੀ ਹੈ। ਰੂਪ ਸਿੰਘ ਨੇ ਜਾਂਚ ਕੀਤੀ ਸੀ, ਤੁਸੀਂ ਸੰਤੁਸ਼ਟ ਹੋ ਜੋ ਜਾਂਚ ਸਹੀ ਹੋਈ ਹੈ? ਕਿਉਂਕਿ ਉਹਨਾਂ ਨੇ ਗੱਲ ਇਹ ਵੀ ਕਹੀ ਸੀ ਕਿ ਜੇ ਜਾਂਚ ਅਸੀਂ ਸਹੀ ਕਰ ਦਿੰਦੇ ਹਾਂ, ਲੋਕੀ ਝੂਠ ਕਹਿਣਗੇ। ਉਹਨਾਂ ਨੇ ਬਾਦਲ ਦਾ ਵੀ ਨਾਮ ਲਿਆ ਕਿ ਉਹਨਾਂ ਨੇ ਖੁਦ ਜ਼ਿਕਰ ਕੀਤਾ ਕਿ ਮੇਰੇ ਕੋਲ ਇੱਕ ਵਿਦਵਾਨ ਆਏ, ਉਹਨਾਂ ਨੇ ਕਿਹਾ ਕਿ ਤੁਸੀਂ ਬਾਦਲ ਵਿੱਚ ਨਾਮ ਪਾ ਦਿਓ ਕਿ ਬਾਦਲ ਜਿਹੜੇ ਨੇ ਉਹ ਨਾਗਪੁਰ ਸਰੂਪ ਲੈ ਕੇ ਗਏ ਸਨ। ਉਹ ਇਹ ਚੀਜ਼ ਵਿੱਚ ਪਾ ਦਿਓ, ਜਿਹੜੀ ਜਾਂਚ ਤੁਹਾਡੀ ਬਿਲਕੁਲ ਨਿਰਪੱਖ ਤੇ ਸਹੀ ਹੋ ਜਾਏਗੀ। ਤੁਸੀਂ ਮੰਨਦੇ ਹੋ ਕਿ ਜੋ ਜਾਂਚ ਵੈਬਸਾਈਟ ਤੇ ਪਈ ਉਹ ਬਿਲਕੁਲ ਸਹੀ ਹੈ? ਨਹੀਂ, ਦੇਖੋ, ਜਾਂਚ ਸਹੀ ਹੈ ਜਾਂ ਉਹ 'ਚ ਕੋਈ ਕਮਜ਼ੋਰੀ ਹੈ, ਇਹ ਵੱਖਰਾ ਕੁਐਸਚਨ ਆ। ਪਰ ਜਥੇਦਾਰ ਸਾਹਿਬ ਦਾ ਇਹ ਕਹਿਣਾ ਵੀ ਮੈਨੂੰ ਕਿਸੇ ਨੇ ਆ ਕੇ ਸਲਾਹ ਦਿੱਤੀ ਸੀ ਵੀ ਬਾਦਲ ਸਰੂਪ ਲੈ ਕੇ ਨਾਗਪੁਰ ਪਹੁੰਚਾਤੇ, ਇਹ ਜਿਹੜਾ ਉਹਨਾਂ ਦਾ ਵਿਰੋਧ ਹੋ ਰਿਹਾ ਜਾਂ ਆਲੋਚਨਾ ਹੋ ਰਹੀ ਆ, ਉਹਨੂੰ ਚੁੱਪ ਕਰਾਉਣ ਦਾ ਇੱਕ ਤਰੀਕਾ, ਇਹ ਇੱਕ ਕਿਸਮ ਦੀ ਮੈਂ ਸਮਝੋ ਵਿਹਾਰ 'ਚ ਉਤਰਾਈ ਆ। ਜੇ ਉਹ ਨਿਰਪੱਖ ਪੂਰੀ ਤਰ੍ਹਾਂ ਹੋ ਚੁੱਕੀ ਤਾਂ ਸਵਾਲ ਪੈਦਾ ਇਹ ਹੁੰਦਾ ਵੀ ਉਹ ਸਿਸਟਮ ਦੇ ਵਿੱਚ ਕਰਪਸ਼ਨ ਪੈਦਾ ਕਿਉਂ ਹੋਈ? ਲੋਕ ਆ ਜਿਹੜੇ, ਜੋ ਤੁਸੀਂ ਪ੍ਰਵਾਨਿਤ ਵਿਧੀ ਬਣਾਈ ਹੋਈ ਆ, ਮੈਂ ਕਹਿੰਦਾ ਉਹ ਬ੍ਰਾਹਮਣਿਕਲ ਵਾਲੀ ਵਿਧੀ ਬਣਾਈ ਹੋਈ ਆ। ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਅਸੀਂ ਬੀੜ ਕਹਿੰਦੇ ਹੁੰਦੇ ਸੀ, ਸਤਿਕਾਰ ਨਾਲ ਲੈ ਕੇ ਜਾਂਦੇ ਹੁੰਦੇ ਸੀ, ਤੇ ਜਦੋਂ ਗੁਰਦੁਆਰਾ ਸਾਹਿਬ ਜਾਂ ਕੋਈ ਸਿੱਖ ਲੈ ਕੇ ਜਾਂਦਾ, ਉਹਦਾ ਪ੍ਰਕਾਸ਼ ਕਰਕੇ ਉੱਥੇ ਪ੍ਰਵਾਨਿਤ ਗੁਰੂ ਮਰਿਆਦਾ ਲਾਗੂ ਹੋ ਜਾਂਦੀ ਸੀ। ਹੁਣ ਤੁਸੀਂ ਗੁਰੂ ਗ੍ਰੰਥ ਸ਼ਬਦ ਗੁਰੂ ਨੂੰ, ਜਿਹਨੂੰ ਅਸੀਂ ਕਹਿੰਦੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਸ਼ਬਦ ਗੁਰੂ ਨੂੰ ਅਸੀਂ ਗੁਰਾਂ ਦੀ ਦੇਹ ਬਣਾਤਾ। ਜਦੋਂ ਦੇਹਧਾਰੀ ਗੁਰੂ ਦੀ ਪ੍ਰਥਾ ਜਿਹੜੀ ਬੰਦ ਕੀਤੀ ਗਈ ਆ, ਫਿਰ ਇਹ ਕਿਹਨੇ ਫੈਸਲਾ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਨੂੰ, ਸ਼ਬਦ ਗੁਰੂ ਦੇ ਪੰਨਿਆਂ ਨੂੰ ਤੁਸੀਂ ਅੰਗ ਬਣਾਤਾ? ਫਿਰ ਉਹ ਤੇ ਮਰਿਆਦਾ ਤੁਸੀਂ ਸਤਿਕਾਰ ਦੀ, ਸਨਮਾਨ ਦੀ ਕਰਨੀ ਤਾਂ ਅਦਬ ਤੇ ਬੇਅਦਬ ਦੀ ਨਾਲ ਤੁਸੀਂ ਲੈ ਕੇ ਆਂਦੀ। ਉਹ ਜਿਹੜਾ ਸਾਰਾ ਇੱਕ ਸਿਸਟਮ ਬਣਾਇਆ ਨਾ ਜੀ, ਕੇਂਦਰਿਤ ਕੀਤਾ ਸ਼੍ਰੋਮਣੀ ਕਮੇਟੀ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਆਪ ਛਪਾਉਣ ਦਾ। ਠੀਕ ਆ, ਇਹ ਗੱਲ ਬੜੀ ਜ਼ਰੂਰੀ ਹੁੰਦੀ ਆ ਵੀ ਸਾਡਾ ਜਿਹੜਾ ਮੂਲ ਸਿਧਾਂਤ ਆ ਗੁਰੂ ਗ੍ਰੰਥ ਸਾਹਿਬ, ਉਹ 'ਚ ਕੋਈ ਬਦਲੀ ਨਾ ਹੋਵੇ, ਕੋਈ ਪ੍ਰਾਈਵੇਟ ਛਾਪੇ ਗਲਤੀ ਨਾ ਕਰੇ। ਇਹਦੇ ਖਾਤਰ ਤੁਸੀਂ ਹੋਰ ਕਦਮ ਲੈ ਸਕਦੇ ਹੋ। ਅੱਜ ਜਿੰਨੀ ਟੈਕਨੀਕ ਆ, ਨਹੀਂ, ਇਹ ਜਿਹੜਾ ਮੁੱਦਾ ਸੀ ਸਰੂਪ ਦਾ, ਤੁਸੀਂ ਇਹ ਕਹਿ ਸਕਦੇ ਹੋ ਵੀ ਆਹ ਜਿਹੜੀ ਸ਼੍ਰੋਮਣੀ ਕਮੇਟੀ ਨੇ ਜੋ ਤਿਆਰ ਕੀਤੀ ਆ ਕਾਪੀ, ਕੋਈ ਵੀ ਸੰਸਥਾ ਬਾਹਰ ਜਿਹੜੀ ਉਸ ਤਰ੍ਹਾਂ ਮਰਿਆਦਾ ਦੇ ਅਨੁਸਾਰ ਉਹਨਾਂ ਨੂੰ ਪ੍ਰਕਾਸ਼ਿਤ ਕਰੇ, ਉਹਨੂੰ ਕਾਪੀ ਦੇ ਸਕਦੇ ਹੋ। ਹੁਣ ਹਰ ਇੱਕ ਅਮਰੀਕਾ ਵਾਲੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਆ ਦਰਬਾਰ ਸਾਹਿਬ ਤੋਂ ਮੰਗਾਉਣੀ ਪੈਂਦੀ ਆ, ਉਹਦਾ ਫਿਰ ਇੱਕ ਇਹਨਾਂ ਨੇ ਸਿਸਟਮ ਬਣਾਤਾ। ਫਿਰ ਉਹ ਕੰਟੇਨਰਾਂ ਰਾਹੀਂ ਜਾਂਦੀ ਆ, ਉਹਦੇ ਬੱਸਾਂ ਦੇ ਵਿੱਚ ਜਾਂਦੇ ਨੇ, ਪ੍ਰਕਾਸ਼ਿਤ ਹੁੰਦੇ ਆ, ਉੱਥੇ ਮਰਿਆਦਾ ਲਾਗੂ ਹੋ ਗਈ। ਫਿਰ ਜਾ ਕੇ ਜਿਹਦੇ ਘਰੇ ਜਾਣਾ ਜੀ, ਉੱਥੇ ਜਾ ਕੇ ਤੁਸੀਂ ਦੇਖਦੇ ਹੋ ਵੀ ਉਹਦੀ ਅੱਡ ਕਮਰਾ ਹੈਗਾ ਜਾਂ ਨਹੀਂ ਹੈਗਾ। ਪੰਜਾਬ ਦੇ ਵਿੱਚ ਵੀ ਆ, ਕਿਸੇ ਨੇ ਘਰ 'ਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੰਗਾਉਣਾ, ਉਹਦਾ ਵੀ ਇੱਕ ਪ੍ਰੋਸੀਜਰ ਆ ਜੀ। ਉੱਥੋਂ ਚੱਲਣਗੇ, 5 ਪਿਆਰੇ ਆਉਣਗੇ, ਫਿਰ ਇਲਾਕੇ ਦੇ ਗੁਰਦੁਆਰੇ 'ਚ ਆਉਣਗੇ, ਫਿਰ ਗੁਰਦੁਆਰੇ ਦੇ ਜਾ ਕੇ ਉਹਦੇ ਜਾਂਚ ਕਰਨਗੇ ਵੀ ਘਰੇ ਰੱਖਣ ਯੋਗ ਹੈ, ਉਹ ਪਰਿਵਾਰ ਕਿਹੋ ਜਿਹਾ, ਮਰਿਆਦਾ ਵਾਲਾ ਹੈ ਜਾਂ ਨਹੀਂ, ਜਾਂ ਕੋਈ ਸੰਸਥਾ ਹੈਗੀ ਆ ਉਹਦੇ ਵਿੱਚ ਕੀ ਕੁਛ ਹੋ ਸਕਦਾ। ਇਹ ਤੁਸੀਂ ਐਡੀ ਇੱਕ ਗੁੰਝਲਦਾਰ ਤੇ ਖਰਚੀਲੀ ਬਣਾ ਲਈ ਜਿਹਦੇ ਵਿੱਚੋਂ ਕਰਪਸ਼ਨ ਪੈਦਾ ਹੁੰਦੀ ਹੈ। ਤੁਸੀਂ ਕਿੱਥੇ ਜੋ ਵੀ ਭੇਟਾ, ਮੈਨੂੰ ਨਹੀਂ ਪਤਾ, ਮਤਲਬ 10,000 ਆ, 1100 ਆ, 500 ਆ, ਕਿੱਥੇ ਤੁਸੀਂ ਉਹ ਭੇਟਾ ਦੇ ਕੇ ਸਤਿਕਾਰ ਦੇ ਨਾਲ ਲੈ ਜਾਣਾ, ਕਿੱਥੇ ਤੁਸੀਂ ਉਹਨੂੰ ਫਿਰ ਜਿਹੜਾ ਲਿਜਾਣ ਦਾ ਤਰੀਕਾ ਅਪਣਾਇਆ। ਜਿਵੇਂ ਭਾਈ ਮੋਹਕਮ ਸਿੰਘ ਨੇ ਇੱਕ ਵਾਰ ਕਿਹਾ ਸੀ ਵੀ ਜੇ ਕਿਸੇ ਨੇ ਬਾਹਰਲੇ ਮੁਲਕ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੰਗਾਉਣਾ ਤਾਂ ਉਹਨੂੰ 10-12 ਲੱਖ ਰੁਪਏ ਦੇ ਵਿੱਚ ਉਹ ਪੈਂਦਾ ਸਰੂਪ। ਜਿਹੜੇ ਸਰੂਪ ਹੁਣ ਚੋਰੀ ਹੋਏ ਨੇ, ਇੱਕ ਧਾਰਮਿਕ ਮੁੱਦਾ ਹੈ ਕਿ ਕਰਪਸ਼ਨ ਦਾ ਮੁੱਦਾ ਹੈ? ਕਿਉਂਕਿ ਜਥੇਦਾਰ ਸਾਹਿਬ ਤਾਂ ਕਹਿ ਚੁੱਕੇ ਨੇ ਕਿ ਇਹਨੂੰ ਧਾਰਮਿਕ ਰੰਗ ਚੜਾਇਆ ਜਾ ਰਿਹਾ, ਧਾਰਮਿਕ ਮੁੱਦਾ ਉਭਾਰਿਆ ਜਾ ਰਿਹਾ ਵਿਰੋਧੀਆਂ ਵੱਲੋਂ। ਵਿਰੋਧੀ ਜੋ ਸਵਾਲ ਨੇ ਸੰਗਤ ਪੁੱਛ ਰਹੀ ਹੈ ਜਾਂ ਸਿੱਖ ਲੋਕ ਪੁੱਛਦੇ ਨੇ, ਸਵਾਲ ਸਹੀ ਨੇ, ਜੋ ਵਿਰੋਧੀ ਪੁੱਛਦੇ ਨੇ ਉਹ ਸਵਾਲ ਜਿਹੜੇ ਉਹਨਾਂ ਦਾ ਪੁੱਛਣ ਦਾ ਤਰੀਕਾ ਅਲੱਗ ਹੈ। ਫਿਰ ਕਰਪਸ਼ਨ ਦਾ ਮੁੱਦਾ ਕਿ ਧਾਰਮਿਕ ਮੁੱਦਾ ਜੋ ਸਰੂਪ ਚੋਰੀ ਹੋਏ ਨੇ? ਤੁਸੀਂ ਮੈਨੂੰ ਇਹ ਦੱਸੋ, ਜਦੋਂ ਸਾਡਾ ਧਰਮ ਇਹ ਕਹਿੰਦਾ ਮਾਇਆ ਧਾਰੀ ਅੰਨਾ ਬੋਲਾ, ਪਾਪਾਂ ਬਾਝੋਂ ਹੋਵੇ ਨਾਹੀ ਮੋਇਆ ਸਾਥ ਨਾ ਜਾਏ,
ਜਿਹੜੀ ਕਰਪਸ਼ਨ ਆ ਉਹ ਸਾਡੇ ਧਰਮ ਦਾ ਮੁੱਦਾ ਕਿਉਂ ਨਹੀਂ? ਸਾਡਾ ਧਰਮ ਕਰਪਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੰਦਾ, ਸਾਡਾ ਧਰਮ ਠੱਗੀ ਮਾਰਨ ਦੀ ਇਜਾਜ਼ਤ ਨਹੀਂ ਦਿੰਦਾ, ਸਾਡਾ ਧਰਮ ਕਿਸੇ ਨਾਲ ਬੇਈਮਾਨੀ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਧਾਰਮਿਕ ਮੁੱਦਾ ਹੈ ਇਹ, ਕਿਉਂਕਿ ਸਿੱਖ ਧਰਮ ਹੈ ਜਥੇਦਾਰ ਸਾਹਿਬ ਤਾਂ ਮੰਨਦੇ ਨਹੀਂ, ਉਹਨਾਂ ਦੇ ਸਪੀਚ 'ਚ ਕਹਿਤਾ। ਮੈਂ ਕਹਿੰਦਾ ਤੁਸੀਂ ਕਰਪਸ਼ਨ ਕਹਿ ਦਿਓ, ਕਰਪਸ਼ਨ ਜੇ ਸ਼੍ਰੋਮਣੀ ਕਮੇਟੀ 'ਚ ਹੁੰਦੀ ਹੈ ਉਹ ਧਾਰਮਿਕ ਮੁੱਦਾ ਕਿਉਂ ਨਹੀਂ? ਇੱਕ ਤੁਹਾਡਾ ਧਾਰਮਿਕ ਪ੍ਰਬੰਧ ਆ, ਜਿਹਨੇ ਧਰਮ ਦੇ ਨਿਯਮਾਂ ਅਨੁਸਾਰ, ਧਰਮ ਦੀਆਂ ਕਦਰਾਂ ਕੀਮਤਾਂ ਅਨੁਸਾਰ ਚੱਲਣਾ, ਉਹ ਉੱਥੇ ਉਹਦੀ ਉਲੰਘਣਾ ਹੁੰਦੀ ਆ, ਉਹ ਧਾਰਮਿਕ ਮੁੱਦਾ ਕਿਉਂ ਨਹੀਂ? ਚਾਹੇ ਉਹ ਕਰਪਸ਼ਨ ਦੇ ਵਿੱਚ ਹੋਵੇ, ਚਾਹੇ ਪੱਖਪਾਤ ਦੇ ਵਿੱਚ ਹੋਵੇ, ਚਾਹੇ ਸਹੂਲਤਾਂ ਦੇਣ ਪੱਖੋਂ ਹੋਵੇ, ਚਾਹੇ ਸ਼੍ਰੋਮਣੀ ਕਮੇਟੀ 'ਚ ਨਿਯੁਕਤੀਆਂ ਹੁੰਦੀਆਂ ਨੇ ਉਹਦੇ ਬਾਰੇ ਹੋਵੇ। ਕਿਉਂਕਿ ਇਹ ਤਾਂ ਅਸੂਲ ਸੀ ਵੀ ਸ਼੍ਰੋਮਣੀ ਕਮੇਟੀ ਦੇ ਵਿੱਚ ਕਿਸੇ ਵੀ ਸ਼੍ਰੋਮਣੀ ਕਮੇਟੀ ਮੁਲਾਜ਼ਮ ਦਾ ਜਾਂ ਕਿਸੇ ਵੀ ਮੈਂਬਰ ਦਾ, ਕਿਸੇ ਜਥੇਦਾਰ ਦਾ ਕੋਈ ਖੂਨ ਦਾ ਰਿਸ਼ਤੇ ਵਾਲਾ ਰਿਸ਼ਤੇਦਾਰ ਆ ਨਿਯੁਕਤ ਨਹੀਂ ਹੋਊਗਾ ਮੁਲਾਜ਼ਮ। ਤੇ ਅੱਜ 20 25 ਇੱਕ ਪਰਿਵਾਰ ਦੇ ਬੰਦੇ ਨੇ ਜਿਹੜੇ ਨੂੰ ਉੱਥੇ ਨੌਕਰੀ ਦਿੱਤੀ ਹੋਈ ਆ। ਇਹ ਕੀ ਆ? ਇਹ ਧਾਰਮਿਕ ਉਲੰਘਣਾ ਨਾ ਜੀ, ਸਾਡੇ ਨਿਯਮ ਦੀ ਉਲੰਘਣਾ ਨਾ ਜੀ। ਇਹਨੂੰ ਤੁਸੀਂ ਕਹੋਗੇ ਵਿਅਕਤੀਗਤ ਨੁਕਸਾ, ਵਿਅਕਤੀਗਤ ਨੁਕਸ ਵੀ ਧਾਰਮਿਕ ਨੁਕਸੇ ਹੁੰਦੇ ਨੇ। ਇਹਨਾਂ ਨੂੰ ਅੱਡ ਕਰਨਾ ਵੀ ਕਰਪਸ਼ਨ ਦੇ ਮਾਮਲੇ ਅੱਡ ਨੇ, ਧਰਮ ਦੇ ਮਾਮਲੇ ਅੱਡ ਨੇ। ਧਰਮ ਸਾਡੇ ਲਈ ਜੀਵਨ ਜਾਂਚ ਆ, ਧਰਮ ਸਾਡੇ ਲਈ ਇੱਕ ਨਜ਼ਰੀਆ ਦੁਨੀਆ ਨੂੰ ਵੇਖਣ ਦਾ, ਵਿਚਰਨ ਦਾ। ਇਸ ਕਰਕੇ ਅਸੀਂ ਕਹਿੰਦੇ ਆ ਵੀ ਸਿੱਖੀ ਨੂੰ ਆਤਮਸਾਤ ਕਰਕੇ ਜੀਵਨ ਜਾਂਚ ਬਣਾਉਣ ਦੀ ਲੋੜ ਆ। ਜੀਵਨ ਜਾਂਚ 'ਚ ਜਿਹੜੀਆਂ ਉਲੰਘਣਾਵਾਂ ਹੁੰਦੀਆਂ ਨੇ, ਅੱਡ ਅੱਡ ਸ਼ੋਭਿਆਂ 'ਚ ਹੁੰਦੀਆਂ ਨੇ, ਉਹ ਧਾਰਮਿਕ ਉਲੰਘਣਾਵਾਂ ਹੀ ਨੇ, ਸਾਡੇ ਸੰਦੇਸ਼ ਦੀਆਂ ਉਲੰਘਣਾਵਾਂ। ਫਿਰ ਗੁਰੂ ਰਾਮਦਾਸ, ਹੁਣ ਜਦ ਪਹਿਲਾਂ ਤੀਜਾ ਸਿੰਘ ਸਮੁੰਦਰੀ ਹਾਲ ਲੱਗੇ, ਉਸ ਤੋਂ ਬਾਅਦ ਪ੍ਰੋਟੈਸਟ ਹੁੰਦੇ ਸੀ, ਧਰਨੇ ਹੁੰਦੇ ਸੀ। ਧਰਨਾ ਇਸ ਕਰਕੇ ਦਿੱਤਾ ਜਾਂਦਾ ਸੀ ਕਿ SGPC ਨਾ ਕਿ ਹਰਿਮੰਦਰ ਸਾਹਿਬ, ਜਾਂ ਆਪਾਂ ਕਹਿ ਲਈਏ ਕਿ ਉੱਥੇ ਉਸ ਖਿਲਾਫ ਦਿੱਤੇ ਜਾਂਦੇ ਸੀ ਉੱਥੇ ਧਰਨਾ ਹੁੰਦਾ ਸੀ SGPC ਵਿੱਚ ਚੱਲ ਕੀ ਰਿਹਾ। ਜਿਸ ਤਰੀਕੇ ਨਾਲ ਕੱਲ ਹੁਣ ਜਥੇਦਾਰ ਸਾਹਿਬ ਕਹਿ ਰਹੇ ਨੇ ਕਿ ਕੋਈ ਵੀ ਵਿਅਕਤੀ ਨੂੰ ਪ੍ਰੋਟੈਸਟ ਕਰਨ ਦੀ ਇੱਥੇ ਆਗਿਆ ਨਹੀਂ, ਇਜਾਜ਼ਤ ਨਹੀਂ ਹੈਗੀ। ਤੁਹਾਨੂੰ ਕੀ ਲੱਗਦਾ ਕਿ ਜੋ SGPC ਵਿੱਚ ਚੱਲਦਾ ਪਿਆ ਉਹਨੂੰ ਦੇਖੇਗਾ ਕੌਣ? ਜੇ ਸਿੱਖ ਨੂੰ ਜੋ ਜਵਾਬ ਦੇਗਾ ਚਾਹੀਦੀ ਹੈ, ਜਵਾਬ ਦੇਗਾ ਕੌਣ? ਜਥੇਦਾਰ ਸਾਹਿਬ ਨੇ ਕਹਿ ਦਿੱਤਾ ਕਿ ਕੋਈ ਵੀ ਧਰਨਾ ਨਹੀਂ ਲਗਾ ਸਕਦਾ। ਫਿਰ ਤੁਹਾਨੂੰ ਲੱਗਦਾ ਕਿ ਧਰਨਾ ਲਗਾਉਣਾ ਉੱਥੇ ਜਾਇਜ਼ ਹੈ ਕਿ ਨਜਾਇਜ਼ ਹੈ? ਨਹੀਂ, ਦੇਖੋ ਤੁਸੀਂ ਗੱਲ ਇਹ ਆ, ਸਿੱਖੀ ਦੇ ਵਿੱਚ ਸਭ ਤੋਂ ਵੱਡੀ ਗੱਲ ਕੀ ਆ? ਹੋ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਈ, ਰੋਸ ਨਾ ਕੀਜੇ ਉੱਤਰ ਦੀਜੇ, ਕਿਛ ਸੁਣੀਏ ਕਿਛ ਕਹੀਏ। ਇਹ ਸਾਡੇ ਸਿਧਾਂਤ ਨੇ। ਜਦੋਂ ਅਸੀਂ ਜ਼ਿੰਦਗੀ ਦੇ ਵਿੱਚ ਵਿਚਰਨਾ, ਸ਼੍ਰੋਮਣੀ ਕਮੇਟੀ 'ਚ ਕੋਈ ਸਮੱਸਿਆ ਆਉਂਦੀ ਆ, ਉਹਨੂੰ ਸੁਣਨ ਦਾ, ਹੱਲ ਕਰਨ ਦਾ ਸਿੱਖ ਸਿਧਾਂਤਾਂ ਅਨੁਸਾਰ ਕੀ ਉਪਰਾਲਾ ਉਹਨਾਂ ਨੂੰ ਤੈਅ ਕਰਨਾ ਚਾਹੀਦਾ। ਪ੍ਰੋਟੈਸਟ ਦੀ ਲੋੜ ਕਿਉਂ ਪੈਂਦੀ ਆ? ਪ੍ਰੋਟੈਸਟ ਦੀ ਲੋੜ ਉਦੋਂ ਪੈਂਦੀ ਆ ਜਦੋਂ ਤੁਸੀਂ ਲੋਕਾਂ ਨਾਲੋਂ ਤੁਹਾਡਾ ਰਾਬਤਾ ਟੁੱਟ ਜਾਂਦਾ। ਤੁਸੀਂ ਇਹ ਦੇਖੋ, ਜਦੋਂ ਗਿਆਨੀ ਗੁਰਬਚਨ ਸਿੰਘ ਨੇ ਸਰਸੇ ਵਾਲੇ ਸਾਧ ਨੂੰ ਮਾਫ ਕੀਤਾ ਸੀ, ਤਾਂ ਜਿਹੜੀ ਰਾਗੀ ਸਭਾ ਸੀ ਸਾਰਿਆਂ ਨੇ ਉੱਥੇ ਮਾਰਚ ਕੀਤਾ ਸੀ ਦਰਬਾਰ ਸਾਹਿਬ ਦੇ ਅੰਦਰ, ਤੇ ਉਹਨਾਂ ਨੂੰ ਇੱਥੇ ਈਵਨ ਫਤਿਹਗੜ੍ਹ ਸਾਹਿਬ ਵੀ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਸੀ। ਸੋ ਰੋਸ ਦੇ ਅੱਡ ਅੱਡ ਤਰੀਕੇ ਨੇ। ਇਹਦੇ ਖਾਤਰ ਮੈਂ ਕਹਿੰਦਾ ਵਖਰੇਵੇਂ ਨੇ, ਪਰ ਇਹਦੇ ਖਾਤਰ ਵੀ ਸਿੱਖ ਸੰਸਥਾਵਾਂ ਨੂੰ, ਧਾਰਮਿਕ ਆਗੂਆਂ ਨੂੰ ਇਹ ਬੈਠ ਕੇ ਤੈਅ ਕਰਨਾ ਚਾਹੀਦਾ ਵੀ ਕਿਹੜੀਆਂ ਕਿਹੜੀਆਂ ਗੱਲਾਂ ਅਸੀਂ ਕਿਵੇਂ ਕਰਦੇ ਹਾਂ। ਹੁਣ ਆਪਾ ਤਾਪੀ ਜਿਹੜੀ ਚੱਲ ਰਹੀ ਆ, ਇਹ ਵੀ ਪ੍ਰਵਾਨ ਨਹੀਂ ਹੈ। ਪ੍ਰਕਰਮਾਂ ਦੇ ਵਿੱਚ ਤਲਵਾਰਾਂ ਚੱਲਣ, ਇੱਕ ਦੂਜੇ ਦੀ ਮਾਰ ਮਰਾਈ ਹੋਵੇ, ਮਾਰ ਕੁਟਾਈ ਹੋਵੇ, ਇਹ ਵੀ ਠੀਕ ਨਹੀਂ। ਮੈਂ ਤਾਂ ਕਹਿੰਦਾ ਤੁਸੀਂ ਮੂੰਹ ਤੇ ਕਾਲੀ ਪੱਟੀ ਬੰਨ੍ਹ ਕੇ ਉੱਥੇ ਜਾਏ ਆਉਂਦੇ ਹੋ, ਉਹ ਵੀ ਤੁਹਾਡੇ ਇੱਕ ਰੋਸ ਵਿਖਾਉਣ ਦਾ ਚਿੰਨ੍ਹ। ਜੇ ਤੁਸੀਂ ਜਥੇਦਾਰ ਸਾਹਿਬ ਆਪ ਦੋ ਤਖਤਾਂ ਦੇ ਕਾਰਜਕਾਰੀ ਜਥੇਦਾਰ ਨੇ ਜੀ, ਕੰਮ ਚਲਾਊ ਜਥੇਦਾਰ ਨੇ। ਕਿਉਂ ਕੰਮ ਚਲਾਊ ਜਥੇਦਾਰ ਨੇ ਜੀ? ਇਹ ਕਿਹੜਾ ਸਿਧਾਂਤ ਆ ਵੀ ਤੁਸੀਂ 3 ਤਖਤਾਂ ਦੇ ਵਿੱਚੋਂ ਇੱਕ ਬੰਦੇ ਨੂੰ 2 ਤਖਤ ਦੇ ਦਿਓ? ਫਿਰ ਤੁਸੀਂ ਕੰਮ ਚਲਾਊ ਜਥੇਦਾਰ ਬਣਾ ਰਹੇ ਹੋ। ਸਥਾਈ ਜਥੇਦਾਰ ਕਿਉਂ ਨਹੀਂ ਬਣਾ ਰਹੇ ਤੁਸੀਂ ਉਹਨਾਂ ਨੂੰ? ਫਿਰ ਉਹਨਾਂ ਤੋਂ ਫੈਸਲੇ ਤੁਸੀਂ ਇਹੋ ਜਿਹੇ ਕਰਾ ਰਹੇ ਹੋ ਵੱਡੇ ਵੱਡੇ, ਜਿਹੜੇ ਸਿੱਖ ਕੌਮ ਦੇ ਨਾਲ, ਉਹਨਾਂ ਦੀ ਹੋਣੀ ਨਾਲ, ਜਾਂ ਉਹਨਾਂ ਦੇ ਮੌਜੂਦਾ ਮਿਜਾਜ ਦੇ ਨਾਲ ਸੰਬੰਧਿਤ ਨੇ। ਕੀ ਕੀਤਾ ਜਾਵੇ, ਕੀ ਨਾ ਕੀਤਾ ਜਾਵੇ। ਸੋ ਇਹ ਤਾਂ ਹੈ ਨਾ, ਆਪਣੇ ਗਿਰਵਾਨ ਮੇ ਸਿਰ ਨੀਵਾਂ ਕਰ ਦੇਖ। ਜਥੇਦਾਰਾਂ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਨੂੰ ਸਭ ਤੋਂ ਪਹਿਲਾਂ ਆਪਣੇ ਗ੍ਰਿਵਾਨ 'ਚ ਸਿਰ ਨੀਵਾਂ ਕਰਕੇ ਦੇਖਣ ਦੀ ਲੋੜ ਆ। ਜਦੋਂ ਤੱਕ ਤੁਸੀਂ ਆਪਣੀਆਂ ਅੰਦਰੂਨੀ ਗਿਰਾਵਟਾਂ ਨੇ, ਅੰਦਰੂਨੀ ਕਮਜ਼ੋਰੀਆਂ ਨੇ, ਅੰਦਰੂਨੀ ਕਾਰਜਸ਼ੈਲੀ ਆ, ਕੰਮ ਢੰਗ ਆ, ਉਹਨੂੰ ਤੁਸੀਂ ਨਹੀਂ ਸੁਧਾਰਦੇ, ਉਦੋਂ ਤੱਕ ਜਿਹੜੀਆਂ ਬਾਹਰ ਗਲਤ ਗੱਲਾਂ ਨੇ ਉਹਨਾਂ ਖਿਲਾਫ ਵੀ ਅਸਰਦਾਰ ਲੜਾਈ ਨਹੀਂ ਲੜੀ ਜਾ ਸਕਦੀ। ਹੁਣ ਉਹਨਾਂ ਨੇ ਖੋਜ ਕੀਤਾ ਕਿ 1984 ਦੇ ਵਿੱਚ ਕੇਂਦਰ ਸਰਕਾਰ ਇੱਥੇ ਇੱਕ ਮੰਦਰ ਵਾਂਗੂ ਬਣਾਉਣਾ ਚਾਹੁੰਦੀ ਸੀ ਕਿ ਇੱਥੇ ਪੂਜਾ ਹੋਵੇ, ਟਰਸਟ ਬਣਾਉਣਾ ਚਾਹੁੰਦੀ ਸੀ। ਟਰਸਟ ਤੋਂ ਵੀ ਕਿਤੇ ਨਾ ਕਿਤੇ ਦਿੱਕਤ ਹੈਗੀ ਕੇਂਦਰ ਸਰਕਾਰ ਨੂੰ ਕਿ SGPC ਜੋ ਵੀ ਹੈ ਆਪਣੇ ਉੱਥੇ ਫੈਸਲੇ ਆਪ ਕਰਦਾ। ਇਸ 'ਚ ਦਿੱਕਤ ਹੋ ਸਕਦੀ ਕੇਂਦਰ ਸਰਕਾਰ ਨੂੰ ਕਿਤੇ, ਕਿਉਂਕਿ ਇਹ ਵੀ ਬਿਆਨਬਾਜ਼ੀ ਹੋ ਰਹੀ ਸੀ ਕੱਲ੍ਹ। ਪਹਿਲੀ ਗੱਲ ਤਾਂ ਇਹ ਆ, ਜੋ ਕੁਛ ਅੱਜ ਕੱਲ੍ਹ ਸਿੱਖੀ ਦਾ ਚੱਲ ਰਿਹਾ, ਕੇਂਦਰ ਸਰਕਾਰ ਨੂੰ ਇਹਦੇ ਨਾਲ ਕੋਈ ਬਾਹਲਾ ਰੌਲਾ ਹੀ ਹੈ ਨਹੀਂ, ਕਿਉਂਕਿ ਤੁਸੀਂ ਆਪੇ ਪਹਿਲਾਂ ਇਹੋ ਜਿਹਾ ਕੁਛ ਬਣਾ ਰੱਖਿਆ ਜਿਹੜਾ ਬ੍ਰਾਹਮਣਵਾਦ ਦੇ ਅਨੁਸਾਰ ਹੀ ਉਹਦੀ ਵਿਆਖਿਆ ਹੁੰਦੀ ਆ। ਤੁਸੀਂ ਦੱਸੋ ਜੀ, ਰਹਿਤ ਮਰਿਆਦਾ ਨੂੰ ਕੌਣ ਮੰਨਦਾ? ਜਿਹਦੀ ਆਪਾਂ ਗੱਲ ਕਰਦੇ ਆ ਉਹਦੇ ਵਿੱਚ ਇਹ ਆ ਵੀ ਮ੍ਰਿਤਕ ਪ੍ਰਾਣੀ ਦਾ ਸੰਸਕਾਰ ਕਿਵੇਂ ਕਰਨਾ ਚਾਹੀਦਾ, ਕਦੋਂ ਕੀਤਾ ਜਾ ਸਕਦਾ, ਦਿਨ ਰਾਤ ਦਾ ਕੋਈ ਬੰਦਸ਼ ਨਹੀਂ, ਪਰਿਵਾਰ ਦਾ ਬੰਦਾ ਨੇੜੇ ਹੋ ਕੇ ਕਰ ਸਕਦਾ, ਉਹ ਸੰਸਕਾਰ ਆ, ਕੋਈ ਤੁਹਾਡਾ ਜਾਣੂ ਵੀ ਕਰ ਸਕਦਾ। ਫੁੱਲ ਚੁਗਣ ਦੀ ਮਨਾਹੀ ਆ, ਕਲੀਅਰ ਕੱਟ ਫੁੱਲ ਚੁਗਣ ਦੀ ਮਨਾਹੀ ਆ, ਫੁੱਲ ਤਾਰਨ ਦੀ ਮਨਾਹੀ ਆ। ਤੁਸੀਂ ਉਹ ਜਿਹੜਾ
ਜਿਹੜਾ ਅੰਗੀਠਾ ਉਹਨਾਂ ਦੇ ਮਰਨ ਤੋਂ ਬਾਅਦ ਉਹਨੂੰ ਇਕੱਠਾ ਕਰਕੇ ਉੱਥੇ ਨਾਲ ਹੀ ਦੱਬ ਸਕਦੇ ਹੋ, ਜਾਂ ਆਪਦੇ ਖੇਤ 'ਚ ਦੱਬ ਸਕਦੇ ਹੋ, ਜਾਂ ਨੇੜੇ ਵਗਦੇ ਪਾਣੀ 'ਚ ਵਾਹ ਸਕਦੇ ਹੋ। ਤੇ ਤੁਸੀਂ ਹਰਿਦੁਆਰ ਦੀ ਥਾਂ ਪਤਾਲਪੁਰੀ ਬਣਾ ਲਈ, ਕੀਰਤਪੁਰ ਜੀ। ਤੁਸੀਂ ਉਹਦੇ ਮੁਕਾਬਲੇ ਜੇ ਉੱਥੇ 84 ਪੌੜੀਆਂ ਨੇ, ਤੁਸੀਂ ਹਰ ਕੀ ਪੌੜੀ ਦਰਬਾਰ ਸਾਹਿਬ ਦੇ ਅੰਦਰ ਬਣਾ ਲਈ। ਤੁਸੀਂ ਜਿਹੜਾ ਸਾਰਾ ਕੰਮ ਮੂਰਤੀ ਪੂਜਾ ਵਾਲਾ, ਜਿਹੜਾ ਜਿਹਨੂੰ ਮਨਾ ਕੀਤਾ ਗਿਆ, ਤੁਸੀਂ ਦੇਹਧਾਰੀ ਬਣਾ ਰਹੇ ਹੋ ਗੁਰੂ ਨੂੰ। ਤੁਸੀਂ ਫਿਰ ਉਸੇ ਤਰ੍ਹਾਂ ਜਦੋਂ ਤੁਸੀਂ ਇਹੋ ਜਿਹਾ ਸਿਸਟਮ ਬਣਾਓਗੇ, ਫਿਰ ਚਨੋਇਆਂ ਦੇ ਸਕੈਂਡਲ ਵੀ ਆਉਣਗੇ, ਸਿਰੋਪਾਓ ਦੇ ਸਕੈਂਡਲ ਵੀ ਆਉਣਗੇ, ਤੇ ਫਿਰ ਰੁਮਾਲਿਆਂ ਦੇ ਸਕੈਂਡਲ ਵੀ ਆਉਣਗੇ। ਕੋਈ ਹੁਣ ਜੇ ਆਪਾਂ ਗੱਲ ਕਰੀ 84 ਤੋਂ ਉਹਨਾਂ ਨੇ ਜ਼ਿਕਰ ਕੀਤਾ ਹੈ, ਤੁਹਾਨੂੰ ਲੱਗਦਾ ਕੋਈ ਵੀ ਕੇਂਦਰ 'ਚ ਸਰਕਾਰ ਰਹੀ ਹੋਵੇ ਵਾਕਈ ਹੀ ਹਰਿਮੰਦਰ ਸਾਹਿਬ ਨੂੰ ਇੱਕ ਪੁਜਾਰੀ ਵਾਸਤੇ ਫਿਰ ਦੁਬਾਰਾ ਲਿਆਉਣਾ ਚਾਹੁੰਦੀ ਹੈ। ਪਹਿਲਾਂ ਵੀ ਮਹੰਤਾਂ ਦੀ ਗੱਲ ਹੁੰਦੀ ਦੀ ਹੈ, ਨਿਹੰਗਾਂ ਦੀ ਗੱਲ ਹੁੰਦੀ ਦੀ ਹੈ। ਜਿਵੇਂ ਪਹਿਲੇ ਤੁਸੀਂ ਜ਼ਿਕਰ ਕੀਤਾ ਕਿ 1920 ਦੇ ਵਿੱਚ ਜਿਸ ਤਰੀਕੇ ਨਾਲ ਦਲਿਤਾਂ ਕੋਲ ਦੇਗ ਨਹੀਂ ਲਈ ਗਈ ਸੀ, ਫਿਰ ਤੁਹਾਨੂੰ ਲੱਗਦਾ ਕਿ ਵਾਕਈ 84 ਦੇ ਬਾਅਦ ਇਹ ਕੰਮ ਚੱਲ ਪਿਆ ਸੀ? ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਮਾਸਟਰ ਤਾਰਾ ਸਿੰਘ ਜੀ ਜਦੋਂ ਪਹਿਲੀ ਚੋਣ ਹੋਈ ਨਾ, ਜਿੱਤ ਕੇ ਸਾਰੇ ਆਏ, ਖੁਸ਼ ਸੀ ਸਾਰੇ। ਮਾਸਟਰ ਤਾਰਾ ਸਿੰਘ ਜੀ ਉਦਾਸ ਸੀ। ਉਹਨਾਂ ਨੂੰ ਕਿਸੇ ਨੇ ਇੱਕ ਵਾਰ ਪੁੱਛਿਆ, ਬੋਲੇ ਨਾ, ਦੂਜੀ ਵਾਰ ਪੁੱਛਿਆ, ਉਹ ਕਹਿੰਦੇ ਉਹ ਪਹਿਲੇ ਮਹੰਤਾਂ ਤੋਂ ਤਾਂ ਛੁਟਕਾਰਾ ਪਾ ਲਿਆ, ਆ ਜਿਹੜੇ ਚੁਣੇ ਹੋਏ ਮਹੰਤ ਨੇ ਇਹਨਾਂ ਤੋਂ ਕਿਵੇਂ ਛੁਟਕਾਰਾ ਪਾਵਾਂਗੇ। ਉਹਨਾਂ ਨੂੰ ਉਦੋਂ ਹੀ ਦਿਸ ਗਿਆ ਸੀ ਵੀ ਜਿਹੜਾ ਚੋਣ ਸਿਸਟਮ ਆ ਨਾ ਜੀ, ਇਹਦੇ ਵਿੱਚ ਜਿਹੜੇ ਹੁਣ ਆਪਾਂ ਕਹਿੰਦੇ ਐਕਟ ਦੀ ਗੱਲ ਹੈ ਜੀ, ਅਸੀਂ ਆਪਦੇ ਆਪ ਨੂੰ ਸੁਧਾਰਨ ਦੀ ਤਾਂ ਅਸੀਂ ਕਹਿੰਦੇ ਐਕਟ 'ਚ ਗੜਬੜਾ। ਐਕਟ ਤੁਹਾਨੂੰ ਜੋ ਕੁਝ ਤੁਸੀਂ ਕਰ ਰਹੇ ਹੋ ਐਕਟ ਇਹ ਕਰਨ ਨੂੰ ਕਹਿੰਦਾ। ਤੁਹਾਨੂੰ ਐਕਟ ਇਹ ਕਹਿੰਦਾ ਵੀ ਆਤਿਸ਼ਬਾਜ਼ੀਆਂ ਚਲਾਓ ਜੀ ਉੱਥੇ, ਤੁਹਾਨੂੰ ਐਕਟ ਇਹ ਕਹਿੰਦਾ ਵੀ ਉੱਥੇ ਫੁੱਲਾਂ ਦਾ ਠੇਕਾ ਦਿਓ, ਤੁਹਾਨੂੰ ਐਕਟ ਇਹ ਕਹਿੰਦਾ ਐ ਕਰੋ, ਤੁਹਾਨੂੰ ਐਕਟ ਇਹ ਕਹਿੰਦਾ ਵੀ ਤੁਸੀਂ ਨਗਰ ਕੀਰਤਨ ਕੱਢੋ ਜੀ, ਇੰਨੇ ਪੈਸੇ ਖਰਚ ਕਰੋ, ਐਂ ਕਰੋ, ਨਾ ਕਰੋ, ਧਰਮ ਪ੍ਰਚਾਰ। ਇਹ ਤਾਂ ਤੁਸੀਂ ਕਰਨਾ ਨਾ ਜੀ। ਤੁਸੀਂ ਆਪਦੇ ਆਪ ਨੂੰ ਸੁਧਾਰਨ ਦੀ ਥਾਂ ਤੁਸੀਂ ਐਕਟ ਦੀ ਗੱਲ ਕਰਦੇ ਹੋ। ਇਹ ਗੱਲ ਸਹੀ ਆ, ਕਿਉਂਕਿ ਮੈਂ ਟੌੜਾ ਸਾਹਿਬ ਨਾਲ ਰਿਹਾ। ਦਿੱਲੀ ਗੁਰਦੁਆਰਾ ਆਪਣੀ ਦਿੱਲੀ ਸਰਕਾਰ ਤੋੜਨਾ ਚਾਹੁੰਦੀ ਸੀ ਉਸ ਸਮੇਂ ਸ਼੍ਰੋਮਣੀ ਕਮੇਟੀ ਨੂੰ। ਜਥੇਦਾਰ ਟੌੜਾ ਤੇ ਦਬਾਅ ਸੀ ਵੀ ਤੁਸੀਂ ਅਸਤੀਫਾ ਦੇ ਦਿਓ। ਜੇ ਅਸਤੀਫਾ ਜਥੇਦਾਰ ਟੌੜਾ ਦੇ ਦਿੰਦੇ ਤਾਂ ਨਾਲ ਦੀ ਨਾਲ ਕਮੇਟੀ ਦਾ ਵੀ ਅਸਤੀਫਾ ਦਿੱਤਾ ਜਾਣਾ ਸੀ। ਉਹਨਾਂ ਤੇ ਦਬਾਅ ਪਾਇਆ। ਇੰਦਰਾ ਗਾਂਧੀ ਨੇ ਬੰਦੇ ਭੇਜੇ, ਟੌੜਾ ਸਾਹਿਬ ਦੇ ਨੇੜਲੇ ਬੰਦਿਆਂ ਨੂੰ ਭੇਜਿਆ ਵੀ ਅਸਤੀਫਾ ਦੇ ਦਿਓ, ਨਹੀਂ ਬਹੁਤ ਬੁਰੀ ਹੋਊ। ਟੌੜਾ ਸਾਹਿਬ ਨੇ ਕਿਹਾ ਮੈਂ ਨਹੀਂ ਅਸਤੀਫਾ ਦਿੰਦਾ, ਤੁਸੀਂ ਕਰਨਾ ਜੋ ਕਰ ਲਓ। ਉਹ ਤੋੜ ਕੇ ਬੋਰਡ ਬਣਾਉਣਾ ਚਾਹੁੰਦੇ ਸੀ। ਐ ਨਹੀਂ, ਕਿਉਂਕਿ ਜਦੋਂ ਐਕਸ਼ਨ ਟੁੱਟ ਗਈ ਫਿਰ ਕੇਂਦਰ ਦੇ ਹੱਥ ਆ ਚੋਣ ਕਦੋਂ ਕਰਾਉਣੀ ਹੈ ਜਾਂ ਨਹੀਂ ਕਰਾਉਣੀ। ਤੇ ਕੇਂਦਰ ਦੇ ਹੱਥ ਕਿਹਨੇ ਦਿੱਤੀ ਹੋਈ ਹੈ ਜੀ? ਇਹ ਵੀ ਅਸੀਂ ਦਿੱਤੀ ਹੋਈ ਹੈ ਨਾ। ਜਦੋਂ ਪੰਜਾਬ ਵੀ ਸੂਬਾ ਬਣ ਗਿਆ, ਹਰਿਆਣਾ ਹਿਮਾਚਲ ਬਣ ਗਿਆ, ਪੰਜਾਬ ਦੇ ਐਕਟ ਦੇ ਵਿੱਚ ਇਹ ਲਿਖਿਆ ਹੋਇਆ ਵੀ ਇਹ ਸੂਬੇ ਆਪੋ ਆਪਣਾ ਐਕਟ ਬਣਾ ਸਕਦੇ ਨੇ। ਹਰਿਆਣੇ ਨੇ ਐਕਟ ਬਣਾ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਖਰਾ। ਅਸੀਂ ਉੱਥੇ ਵੀ ਕਿਹਾ ਵੀ ਉਹ ਨਹੀਂ ਬਣਨ ਦੇਣਾ। ਪਾਕਿਸਤਾਨ ਨੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ, ਅਸੀਂ ਉਹਦਾ ਵੀ ਵਿਰੋਧ ਕੀਤਾ ਵੀ ਉਹ ਨਹੀਂ ਹੋਣ ਦੇਣਾ, ਕਿਉਂਕਿ ਉੱਥੇ ਪਹਿਲਾਂ ਸਾਰੀ ਪਾਠ ਪੂਜਾ ਸੀ ਜਿਹੜੀ ਸ਼੍ਰੋਮਣੀ ਕਮੇਟੀ ਕਰਦੀ ਰਹੀ ਹੈ ਕਿੰਨਾ ਚਿਰ, ਸਾਰੀ ਪੈਸੇ ਮਤਲਬ ਪੰਡਾ ਮੰਨ ਕੇ ਲਿਆਉਂਦੇ ਰਿਹਾ ਪਾਕਿਸਤਾਨ, ਕੋਈ ਨਹੀਂ ਰੋਕਦਾ ਰਿਹਾ। ਸਾਡੇ ਗ੍ਰੰਥੀ ਉੱਥੇ ਜਾਂਦੇ ਸੀ, ਇਹ ਕੰਮ ਠੀਕ ਸੀ ਉਦੋਂ ਪਹਿਲਾਂ। ਫਿਰ ਤੁਸੀਂ ਦਿੱਲੀ ਦੇ ਹੱਥ ਦਾੜੀ ਆ ਫੜਾਈ ਹੋਈ ਹੈ ਜੀ। ਤੁਸੀਂ ਪੰਜਾਬ ਸਰਕਾਰ ਆਪਦਾ ਐਕਟ ਕਿਉਂ ਨਹੀਂ ਬਣਾਉਂਦੀ? ਜਦੋਂ ਪੰਜਾਬ ਸਰਕਾਰ ਨੇ ਆਪਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਬਣਾ ਲਿਆ, ਜਿਹੜੀਆਂ ਤਰੁੱਟੀਆਂ ਨੇ ਉਹ ਵੀ ਤੁਸੀਂ ਦੂਰ ਕਰ ਲਓ, ਤੁਸੀਂ ਆਜ਼ਾਦ ਹੋ ਜਾਓਗੇ ਦਿੱਲੀ ਤੋਂ। ਫਿਰ ਸ਼੍ਰੋਮਣੀ ਅਕਾਲੀ ਜਦੋਂ ਸਰਕਾਰ ਹੈਗੀ ਸੀ ਫਿਰ ਉਹਨਾਂ ਨੇ ਕਿਉਂ ਨਹੀਂ ਬਣਾਇਆ ਐਕਟ? ਇਹੀ ਕਹਿੰਦੇ ਨਾ, ਉਹ ਇਸ ਕਰਕੇ ਨਹੀਂ ਬਣਾਇਆ। ਜਦੋਂ ਅਸੀਂ ਕਹਿੰਦੇ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਹੈ, ਗਲਤ ਆ। ਸ਼੍ਰੋਮਣੀ ਕਮੇਟੀ ਦਾ ਅਧਿਕਾਰ ਖੇਤਰ ਸ਼ੰਭੂ ਬਾਰਡਰ ਤੋਂ ਅੱਗੇ ਨਹੀਂ ਹੈ। ਜੇ ਹਰਿਆਣੇ 'ਚ ਵੀ ਲਾ ਲਓ, ਇੱਕ ਬੰਦਾ ਹਿਮਾਚਲ 'ਚੋਂ ਚੁਣ ਕੇ ਆਉਂਦਾ ਉਨਾ ਤਹਿਸੀਲ ਦੇ ਵਿੱਚੋਂ, ਇੱਕ ਬੰਦਾ ਚੰਡੀਗੜ੍ਹੋਂ ਚੁਣਦਾ, ਸ਼ਾਇਦ 13 ਬੰਦੇ ਜਾਂ ਕੁਝ ਬੰਦੇ ਹਰਿਆਣੇ ਤੋਂ ਆਉਂਦੇ ਨੇ ਚੁਣ ਕੇ। ਤੁਸੀਂ ਉਹਨਾਂ ਦੇ ਸਿੱਖਾਂ ਨੂੰ ਆਪਦੇ ਘੜਾ ਵਿੱਚ ਗੁਲਾਮ ਰੱਖਣ ਲਈ, ਉਹਦਾ ਨਾਮ ਆਪਦੀ ਆਜ਼ਾਦ ਹਸਤੀ ਬਣਾਉਣ ਦੀ ਥਾਂ ਉਹਨੂੰ ਆਪਦੇ ਕਲਾਮ ਵਿੱਚ ਰੱਖਣ ਲਈ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਵਰਤਦੇ ਹੋ। ਸ਼੍ਰੋਮਣੀ ਕਮੇਟੀ ਪ੍ਰਬੰਧਕੀ ਸੰਸਥਾ ਸਿੱਖ ਦੁਨੀਆ ਦਾ ਅਕਾਲ ਤਖਤ ਦੇ ਝੰਡੇ ਦੀ ਇਕੱਠਾ ਹੋ ਸਕਦਾ, ਜਿਹਦਾ ਇੱਕ ਸਥਾਨ ਵੀ ਹੈ, ਠੀਕ ਹੈ। ਉਹਦੇ ਬਾਰੇ ਚਾਹੇ ਉਹਨਾਂ ਨੇ ਕਹਤਾ ਵੀ ਸ਼੍ਰੋਮਣੀ ਅਕਾਲੀ ਦਲ ਜੋ ਸਿਆਸੀ ਰਾਜਨੀਤੀ ਪਾਰਟੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਂ ਹੈ। ਉਹ ਤਾਂ ਮੈਂ ਕਹਿੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਂ, ਉਹਨਾਂ ਨੇ ਇਹ ਕਿਹਾ। ਅਕਾਲੀ ਦਲ ਦੀ ਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਤੇ ਪੁੱਤ ਅਕਾਲੀ ਦਲ, ਤੇ ਪੁੱਤ ਨੇ ਸਰਬਨਾਸ਼ ਕਿੰਨਾ ਕੀਤਾ ਸ਼੍ਰੋਮਣੀ ਕਮੇਟੀ ਦਾ ਜੀ। ਫਿਰ ਜਥੇਦਾਰ ਸਾਹਿਬ ਇਹ ਕਿਉਂ ਨਹੀਂ ਗੱਲ ਉਹਨਾਂ ਨੇ ਬੋਲੀ? ਨਹੀਂ, ਜਦੋਂ ਉੱਥੇ ਜਦੋਂ ਬਾਦਲ ਸਾਹਿਬ ਦਾ ਜ਼ਿਕਰ ਆਉਂਦਾ, ਸਰੂਪ ਦਾ ਜ਼ਿਕਰ ਆਉਂਦਾ ਵੀ ਬਾਦਲ ਸਾਹਿਬ ਦਾ ਨਾਮ ਪਾ ਦਿਓ ਵਿੱਚ ਉਹਦੇ ਕਿ ਇਹਨਾਂ ਨੇ ਨਾਗਪੁਰ ਉੱਥੇ ਸਰੂਪ ਪਹੁੰਚਾਏ ਨੇ, ਇਹ ਵਾਕਈ ਗੱਲ ਵੀ ਸੱਚਾਈ ਹੋ ਸਕਦੀ ਹੈ ਕਿਤੇ? ਨਹੀਂ, ਮੈਨੂੰ ਨਹੀਂ ਐਂ ਲੱਗਦੀ। ਤੁਸੀਂ ਮੰਨ ਲਓ 300 ਸਰੂਪ ਨਾਗਪੁਰ ਪਹੁੰਚ ਗਏ, ਇਹਦੇ ਨਾਲ ਕੀ ਹੋ ਜੂ? ਚਲੋ ਜੇ ਆਪਾਂ ਮੰਨ ਵੀ ਲਈਏ ਵੀ ਨਾਗਪੁਰ ਪਹੁੰਚ ਗਏ, ਉਹ ਸਰੂਪ ਨੇ ਜਿਹੜੇ ਉਹ ਸਿੱਖ ਮੰਨਣਗੇ। ਸਿੱਖ ਤਾਂ ਉਹ ਸਰੂਪ ਨੂੰ ਮੰਨਣਗੇ ਜਿਹੜਾ ਦਰਬਾਰ ਸਾਹਿਬ ਦੇ ਅੰਦਰ ਪ੍ਰਕਾਸ਼ਿਤ ਹੋਇਆ ਤੇ ਇੱਥੋਂ ਜਾਰੀ ਹੋਇਆ। ਹੋਰ ਕੋਈ ਮੰਨ ਲਓ ਪ੍ਰਾਈਵੇਟਲੀ ਚੋਰੀ ਛਾਪ ਕੇ ਵੰਡੀ ਵੀ ਜਾਵੇ, ਸੁਣਿਆ ਕੋਈ ਅਮਰੀਕਾ 'ਚ ਇਹੋ ਜਿਹਾ ਕੰਮ ਸ਼ੁਰੂ ਵੀ ਕਰ ਲਿਆ ਸੀ, ਉਹਨਾਂ ਦੀ ਅਥੈਂਟਿਸਿਟੀ ਨਹੀਂ ਮੰਨਣੀ। ਗਲਤ ਗੱਲ ਹੈ, ਨਹੀਂ ਹੋਣੀ ਚਾਹੀਦੀ, ਰੁਕਣੀ ਚਾਹੀਦੀ ਆ। ਆਪਦੇ ਆਪ 'ਚ ਤੁਸੀਂ ਜਿਹੜਾ ਅਸਲ ਮਸਲਾ ਨਾ ਜੀ, ਤੁਸੀਂ ਉਹਦਾ ਸਾਹਮਣਾ ਕਰਨ ਦੀ ਥਾਂ ਗੱਲ ਨੂੰ ਐਵੇਂ ਅੱਕਾਂ 'ਚ ਡੰਡੇ ਮਾਰਨ ਲੱਗ ਜਾਂਦੇ ਹੋ। ਤੁਸੀਂ ਜਿਹੜੀ ਮਾਂ ਦੇ ਨਾਲ ਅੱਜ ਤੱਕ ਸ਼ਬਦ ਨਹੀਂ ਮੈਨੂੰ ਵਰਤਣਾ ਚਾਹੀਦਾ, ਜੋ ਪੁੱਤ ਨੇ ਮਾਂ ਨੂੰ ਕੈਦ ਕਰਕੇ ਮਾਂ ਤੋਂ ਕਰਾਇਆ, ਸਾਰਾ ਕੁਝ ਕਰਾਇਆ ਜਾ ਰਿਹਾ।
ਹੁਣ ਤਾਂ ਜਥੇਦਾਰ ਨੇ ਇਸ ਜਾਂਚ ਕਮੇਟੀ ਦੇ ਵਿੱਚ ਇਹ ਵੀ ਕਿਹਾ ਨਾ ਵੀ ਜਿਹੜਾ ਕੋਹਲੀ ਐਂਡ ਕੰਪਨੀ ਆ, ਜਿਹੜਾ ਸੀਏ ਸੀ, 10 ਕਰੋੜ ਦਾ ਉਹਨੂੰ ਅਦਾਇਗੀ ਕੀਤੀ, ਕੰਮ ਉਹਨੇ 2.5 ਕਰੋੜ ਦਾ ਵੀ ਨਹੀਂ ਕੀਤਾ। 7.5 ਕਰੋੜ ਉਹ ਤੋਂ ਅਗਰਾਹਿਆ ਕਿਸੇ ਨੇ ਗੱਲ ਕੀਤੀ ਆ, ਤੇ ਕੰਮ ਉਹ ਸਾਰਾ ਬਾਦਲਾਂ ਦਾ ਕਰ ਰਿਹਾ। ਤੇ ਜਥੇਦਾਰ ਨੂੰ ਇਹ ਨਹੀਂ ਪਤਾ ਵੀ ਜਦੋਂ ਸਰਸਾ ਸਾਧ ਨੂੰ ਮੁਆਫੀ ਦਿੱਤੀ ਆ ਤਾਂ ਜਥੇਦਾਰ ਸੀ ਜਿਹੜੇ ਤਲਬ ਕੀਤੇ ਸੀ, ਉਹ ਕਿਵੇਂ ਉਹਨਾਂ ਤੋਂ ਹੁਕਮਨਾਮੇ ਜਾਰੀ ਕਰਵਾਏ ਸੀ। ਉਹ ਤਾਂ ਉਹਨਾਂ ਦੇ ਵਿੱਚੋਂ ਇੱਕ ਸਿੰਘ ਸਾਹਿਬਾਨ ਦਾ ਸਾਰਾ ਟੀਵੀ ਤੇ ਮਤਲਬ ਔਨ ਰਿਕਾਰਡ ਪਿਆ ਵੀ ਕਿਵੇਂ ਕਿਵੇਂ ਜੀ ਸਾਡੇ ਨਾਲ ਸਾਰਾ ਕੁਝ ਇਹ ਹੋਇਆ। ਜਥੇਦਾਰ ਨੂੰ ਇਹ ਨਹੀਂ ਪਤਾ। ਤੇ ਉਹਨੂੰ ਇਹ ਕਹਿਣ ਦੀ ਥਾਂ ਵੀ ਮਾਂ ਦੀ ਪੱਤ ਰੋਲਣੀ ਬੰਦ ਕਰੋ, ਇਹ ਕਹਿਣ ਦੀ ਥਾਂ ਵੀ ਤੁਸੀਂ ਸਖਾਵਾਂ ਰਿਸ਼ਤਾ ਕਰ ਲਓ, ਤੁਸੀਂ ਪੰਜਾਬ ਤੇ ਪੰਥ ਵਾਲੇ ਰਾਹ ਤੁਰੋ। ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿੰਨਾ ਸਿਧਾਂਤਾਂ ਤੋਂ ਭਟਕਿਆ ਹੋਇਆ, ਜਿਹੜਾ ਜਥੇਦਾਰ ਇਹ ਕਹਿ ਰਿਹਾ ਜਦੋਂ ਕਰਤਾਰਪੁਰ ਦਾ ਲਾਂਘਾ ਖੋਲ੍ਹਿਆ ਵੀ ਅਸੀਂ ਕਸ਼ਮੀਰੀਆਂ ਨਾਲ ਆ, ਤੇ ਅਕਾਲੀ ਦਲ ਕਸ਼ਮੀਰ ਨੂੰ ਖਤਮ ਕਰਨ ਦੇ ਹੱਕ 'ਚ ਵੋਟਾਂ ਪਾ ਰਿਹਾ ਉੱਥੇ ਲੋਕ ਸਭਾ ਦੇ ਵਿੱਚ, ਉਹਦੀ ਜਥੇਦਾਰ ਇਹ ਕਹਿ ਰਿਹਾ ਵੀ ਅਸੀਂ ਕਸ਼ਮੀਰੀਆਂ ਦੇ ਨਾਲ ਆ, ਸਿੱਖ ਉਹਨਾਂ ਦੇ ਨਾਲ ਨੇ, ਪਹਿਲਾਂ ਵੀ ਨਾਲ ਅਸੀਂ ਰਹੇ ਹਾਂ, ਕਸ਼ਮੀਰੀ ਪੰਡਤਾਂ ਨਾਲ ਵੀ ਅਸੀਂ ਰਹੇ ਹਾਂ, ਅੱਜ ਕਸ਼ਮੀਰੀ ਮੁਸਲਮਾਨਾਂ ਨਾਲ ਆ, ਉਹਨਾਂ ਨਾਲ ਜ਼ੁਲਮ ਹੋ ਰਿਹਾ, ਧੱਕਾ ਹੋ ਰਿਹਾ। ਤੇ ਇਹ ਅਕਾਲੀ ਦਲ ਆ ਜਿਹੜਾ ਸ਼੍ਰੋਮਣੀ ਕਮੇਟੀ ਦਾ ਪੁੱਤ ਆ, ਇਹ ਕੀ ਕਰ ਰਿਹਾ? ਇਹ ਮੋਦੀ ਦੀ ਗੋਦੀ 'ਚ ਬੈਠ ਕੇ ਉਹਦੇ ਹੱਕ 'ਚ ਬੋਲ ਰਿਹਾ। ਸੋ ਇਸ ਕਰਕੇ ਜਿਹੜੀ ਜਥੇਦਾਰ ਤਾਲਾ ਲਾਉਣ ਦੇ ਵੀ ਜ਼ਿਕਰ ਹੋਇਆ ਕੱਲ, ਤਾਲੇ ਉਹਨਾਂ ਨੇ ਕਿਹਾ ਵੀ ਕੋਈ ਵੀ ਆ ਕੇ ਹਰਿਮੰਦਰ ਸਾਹਿਬ 'ਚ ਤਾਲੇ ਨਹੀਂ ਲਗਾ ਸਕਦਾ, ਜੇ ਕੋਈ ਤਾਲਾ ਲਗਾਉਂਦਾ ਤੇ ਪਿੰਡ ਵਿੱਚ ਜਿੰਨੇ ਵੀ ਨੌਜਵਾਨ ਬੈਠੇ ਨੇ ਉਹ ਸ਼ੇਰ ਬਣ ਕੇ ਆਣ। ਇਹ ਜਥੇਦਾਰ ਸਾਹਿਬ ਨੇ ਸਪੀਚ ਤਾਂ ਦਿੱਤੀ ਹੈ ਕੱਲ, ਤੁਹਾਨੂੰ ਨਹੀਂ ਲੱਗਦਾ ਜਦੋਂ ਸੱਚੇ ਸੌਦੇ ਸਾਹਿਬ ਨੂੰ ਮਾਫੀ ਦਿੱਤੀ ਜਾਂਦੀ ਸੀ ਉਦੋਂ ਜਥੇਦਾਰ ਆਪ ਸ਼ੇਰ ਬਣ ਜਾਂਦੇ, ਉਦੋਂ ਕਿੱਥੇ ਸੀ? ਮੈਂ ਤੁਹਾਨੂੰ ਇਹੀ ਕਹਿ ਰਿਹਾ ਨਾ ਜੀ ਵੀ ਤੁਸੀਂ ਇੱਕ ਉਹ ਗੱਲਾਂ ਨੂੰ ਉਭਾਰ ਰਹੇ ਹੋ ਜਿਹੜੀਆਂ ਤਲਖੀ ਪੈਦਾ ਕਰ ਰਹੀਆਂ ਨੇ ਸਿੱਖੀ ਦੇ ਵਿੱਚ। ਨਹੀਂ ਤਲਖੀ, ਇਹ ਸਵਾਲ ਦੇਖੋ, ਇਸ ਜਿੰਨੇ ਵੀ ਸਵਾਲ ਹੈਗੇ ਨੇ ਜਵਾਬ ਤਾਂ ਦੇਣੇ ਚਾਹੀਦੇ ਨੇ। ਠੀਕ ਹੈ, ਸਪੀਚ ਕੱਲ ਭਾਵੁਕ ਦਿੱਤੀ ਹੈ ਉਹਨਾਂ ਨੇ, ਹੋ ਸਕਦਾ ਕਿ ਕਿਸੇ ਸਿੱਖਾਂ ਨੂੰ ਪ੍ਰਵਾਨ ਹੋਵੇ, ਕਿਸੇ ਨੂੰ ਨਾ ਹੋਵੇ, ਪਰ ਸਵਾਲ ਤਾਂ ਹੱਲੇ ਤਾਂ ਉਵੇਂ ਨੇ, ਕੋਈ ਹੱਲ ਤਾਂ ਨਹੀਂ ਹੋ ਗਏ ਨੇ ਚੀਜ਼ਾਂ ਨਾਲ। ਮੈਂ ਤੁਹਾਨੂੰ ਕਾਕਾ ਜੀ ਇਹੀ ਕਹਿ ਰਿਹਾ ਹਾਂ ਵੀ ਜੋ ਸਿੱਖਾਂ ਦੇ ਵਿੱਚ ਸਮੱਸਿਆਵਾਂ ਨੇ, ਚਾਹੇ ਉਹ ਰਹਿਤ ਮਰਿਆਦਾ ਦੀ ਸਮੱਸਿਆ, ਉਹਨਾਂ ਨੇ ਇਤਿਹਾਸ ਨੂੰ ਤੋੜ ਮਰੋੜਨ ਦੀ ਵੀ ਗੱਲ ਕੀਤੀ ਆ, ਉਹਨਾਂ ਨੇ ਸਾਰੇ ਕਾਸੇ ਦੀ ਵੀ ਗੱਲ ਕੀਤੀ ਆ, ਉਹਨਾਂ ਨੇ ਹੁਣ ਸ਼੍ਰੋਮਣੀ ਕਮੇਟੀ ਨੂੰ ਕਿਹਾ ਜਿਹੜਾ ਇਤਿਹਾਸ ਆ ਉਹ ਸਹੀ ਰੂਪ 'ਚ ਲਿਖ ਕੇ 1 ਸਾਲ ਦੇ ਅੰਦਰ ਪਾਓ। ਪਰ ਸ਼੍ਰੋਮਣੀ ਕਮੇਟੀ ਨੇ ਜਿੰਨੀਆਂ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਹੋਈਆਂ ਨੇ ਉਹਨਾਂ ਤੇ ਕਿੰਨੇ ਰੌਲੇ ਨੇ ਵੀ ਉਹ ਸਿੱਖ ਸਿਧਾਂਤਾਂ ਦੇ ਉਲਟ ਗੱਲਾਂ ਉਹਨਾਂ ਤੇ ਦਰਜ ਕੀਤੀਆਂ ਹੋਈਆਂ ਨੇ, ਉਹਦੀ ਸੁਧਾਈ ਕੌਣ ਕਰੂ? ਤੁਸੀਂ ਮਸਲੇ ਦਾ ਹੱਲ ਕਰਨ ਦੀ ਥਾਂ ਤੁਸੀਂ ਇੱਕ ਦਬਦਬਾ ਪਾ ਰਹੇ ਹੋ ਵੀ ਕੋਈ ਇਹਨੂੰ ਚੈਲੰਜ ਨਾ ਕਰੇ। ਮੈਂ ਕਹਿੰਦਾ ਭਾਈ ਰਣਜੀਤ ਸਿੰਘ ਢੱਡਰੀ ਵਾਲੇ ਨੇ, ਉਹਨਾਂ ਨਾਲ ਤੁਹਾਡੇ ਲੱਖ ਮਤਭੇਦ ਹੋਣ, ਉਹਨਾਂ ਨੇ ਕਿਹਾ ਜਥੇਦਾਰ ਜੀ ਤੁਹਾਡੇ ਤੇ ਤਾਂ ਕੋਈ ਪਾਬੰਦੀ ਨਹੀਂ ਨਾ, ਤੁਸੀਂ ਰੋਜ਼ 1 ਘੰਟਾ ਸਿੱਖ ਇਤਿਹਾਸ ਦੀ ਵਿਆਖਿਆ ਕਰ ਦਿਆ ਕਰੋ ਅਕਾਲ ਤਖਤ ਸਾਹਿਬ ਤੋਂ, ਉਹ ਇਤਿਹਾਸ ਸਾਰੇ ਪ੍ਰਚਾਰਕ ਅਸੀਂ ਸੁਣਾਵਾਂਗੇ। ਤੁਸੀਂ ਨਾ ਤਾਂ ਕਰਦੇ ਹੋ, ਨਾ ਉਹਨੂੰ ਬਾਜ ਬਿਠਾਏ ਰਹਿੰਦੇ ਹੋ, ਕਹਿੰਦੇ ਹੋ ਰੌਲੇ ਨੇ, ਚੁੱਪ ਕਰੋ ਜੀ, ਚੁੱਪ ਕਰੋ ਜੀ। ਚੁੱਪ ਕਿਵੇਂ ਹੋ ਜੂ ਜੀ? ਸਾਰਾ ਕੁਝ ਤੁਸੀਂ ਕੋਈ ਮਸਲਾ ਨਹੀਂ ਹੱਲ ਕਰ ਰਹੇ, ਜੋ ਸਥਾਪਿਤ ਦੇ ਵਿੱਚ ਹੋ ਰਿਹਾ ਤੁਸੀਂ ਉਹਨੂੰ ਪ੍ਰੋਟੈਕਟ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਸੁਧਾਰਨ ਖਾਤਰ ਕੋਈ ਦਿਸ਼ਾ ਨਿਰਦੇਸ਼ ਨਹੀਂ ਦੇ ਰਹੇ। ਸੋ ਇਸ ਕਰਕੇ ਜਿਹੜੀ ਇਹ ਜਥੇਦਾਰ ਦੀ ਸਪੀਚ ਆ ਇਹ ਬੜੀ ਪੱਖਪਾਤੀ ਸਪੀਚ ਆ, ਇਹ ਕੋਈ ਜਥੇਦਾਰ ਦੇ ਰੁਤਬੇ ਵਾਲੀ ਹੈ ਨਹੀਂ। ਸਿੱਖ ਜਗਤ ਦੇ ਵਿੱਚ ਜਿਹੜੇ ਰੌਲੇ ਗੌਲੇ ਨੇ, ਮਤਭੇਦ ਨੇ, ਉਹਨਾਂ ਦਾ ਹੱਲ ਕਰਨ ਤੇ ਤਰਾਸ਼ਣ ਦੀ ਥਾਂ ਉਹਨਾਂ ਨੂੰ ਇਸੇ ਤਰ੍ਹਾਂ ਰੱਖ ਕੇ ਜਿਹੜਾ ਕੋਈ ਆਲੋਚਨਾ ਕਰਦਾ ਉਹਦੇ ਬੜਾਂਗਾ ਕਰਨ ਦਾ ਸੱਦਾ, ਜਿਹੜਾ ਸਿੱਖ ਪੰਥ ਲਈ ਬੜਾ ਖਤਰਨਾਕ ਆ। ਭਾਰਤ ਹੁਣ ਜਿਵੇਂ ਕੱਲ ਜਥੇਦਾਰ ਸਾਹਿਬ ਨੇ ਕਿ ਵੀ ਗੱਲ ਕਹੀ ਹੈ ਕਿ ਈਵੀਐਮ ਨੂੰ ਲੈ ਕੇ ਗੱਲ ਕਹੀ ਕਿ ਜੋ ਸਰਕਾਰ ਮੌਜੂਦ ਹੈ ਕੇਂਦਰ ਦੀ ਉਹ ਈਵੀਐਮ ਦੇ ਨਾਲ ਹੈ, ਨਾ ਕਿ ਲੋਕਤੰਤਰ ਨਾਲ, ਲੋਕਾਂ ਦੀ ਚੁਣੀ ਹੋਈ ਸਰਕਾਰ ਹੈ। ਇੱਕ ਜਥੇਦਾਰ ਸਿਆਸੀ ਵੀ ਹੋ ਜਾਂਦੇ ਨੇ ਤੇ ਧਾਰਮਿਕ ਵੀ ਹੋ ਜਾਂਦੇ ਨੇ, ਦੋ ਚੀਜ਼ਾਂ ਖੁਦ ਨਾਲ ਲੈ ਕੇ ਚੱਲਦੇ ਪਏ ਨੇ। ਫਿਰ ਗੱਲ ਇਹ ਕਰਦੇ ਨੇ ਕਿ ਰਾਜਨੀਤੀ ਨਹੀਂ ਹੋਣੀ ਚਾਹੀਦੀ ਇੱਥੇ ਕਿਸੇ ਵੀ ਚੀਜ਼ ਨਾਲ, ਫਿਰ ਰਾਜਨੀਤੀ ਉੱਤੇ ਬਿਆਨ ਦੇ ਦਿੰਦੇ ਨੇ। ਮੈਂ ਤੁਹਾਨੂੰ ਇਹੀ ਕਿਹਾ ਵੀ ਜਥੇਦਾਰ ਦਾ ਸਾਰਾ ਭਾਸ਼ਣ ਉਹ ਸਿਆਸੀ ਆ, ਇਸ ਕਰਕੇ ਮੈਂ ਨਹੀਂ ਮੰਨਦਾ ਵੀ ਤੁਸੀਂ ਮੰਨਦੇ ਈਵੀਐਮ ਦੀ ਸਰਕਾਰ ਹੈ ਕਿ ਲੋਕਤੰਤਰ ਦੀ ਸਰਕਾਰ? ਮੈਂ ਈਵੀਐਮ ਦਾ ਇੱਕ ਅੱਡ ਸਵਾਲ ਆ ਨਾ ਜੀ। ਅੱਜ ਜਿਹੜੇ ਕਹਿੰਦੇ ਨੇ ਈਵੀਐਮ ਗਲਤ ਆ, ਉਹ ਉਦੋਂ ਦੇਖਣ ਜਦੋਂ ਬੈਲਟ ਰਾਹੀਂ ਵੋਟਾਂ ਪੈਂਦੀਆਂ ਸੀ, ਸਾਰਾ ਪਿੰਡ ਇਕੱਠਾ ਕਰਕੇ ਅਗਵਾ ਕਰ ਲਿਆ ਜਾਂਦਾ ਸੀ ਤਕੜਿਆਂ ਵੱਲੋਂ, ਹਰ ਇੱਕ ਨੂੰ ਕਿਹਾ ਜਾਂਦਾ ਸੀ ਬੈਲਟ ਅੰਦਰ ਨਹੀਂ ਪਾ ਕੇ ਆਉਣੀ, ਮੋਹਰ ਲਿਆ ਕੇ ਮੁੜ ਕੇ ਮੇਰੀ ਜੇਬ। ਬਾਦਲ ਸਾਹਿਬ ਖੁਦ ਜਦੋਂ ਵੋਟਾਂ ਖਰੀਦਦੇ ਸੀ, ਬਾਦਲ ਸਾਹਿਬ ਇਹੀ ਪੈਂਤੜਾ ਵਰਤਦੇ ਰਿਹਾ। ਗਿੱਦੜਬਾਹਾ ਚੋਣ ਮਨਪ੍ਰੀਤ ਦੀ ਆ, ਸਾਨੂੰ ਵੀ ਉਦੋਂ ਬੰਦਿਆਂ ਨੂੰ ਰੋਕ ਲੈਂਦੇ ਵੀ ਤੁਸੀਂ ਵੋਟਾਂ ਨਹੀਂ ਪਾਉਣੀਆਂ, ਬਸ ਵਿਰੋਧੀਆਂ ਨੂੰ ਰੋਕ ਲੈਂਦੇ। ਤੁਹਾਡੇ ਤੁਸੀਂ ਕਹਿ ਦਿਓ ਬਾਦਲ ਤੁਹਾਡੇ ਸਾਹਮਣੇ ਹੋਇਆ? ਹਾਂ, ਮੇਰੇ ਸਾਹਮਣੇ ਹੋਇਆ ਜੀ। ਮੈਂ ਉਦੋਂ ਟੌੜਾ ਸਾਹਿਬ ਨਾਲ ਸੀ। ਬਹੁਤ ਵੱਡਾ ਬਿਆਨ ਦੇ ਦਿਓ ਤੁਸੀਂ। ਮੈਂ ਕਹਿੰਦਾ ਜੀ ਬੇਅੰਤ ਸਿੰਘ ਦੀ ਸਰਕਾਰ ਸੀ ਉਸ ਵੇਲੇ ਦੇ, ਤੁਸੀਂ ਅਖਬਾਰ ਪੜ੍ਹੋ ਕਿਵੇਂ ਮੰਤਰੀ ਨੇ ਟੈਚੀ ਚੱਕੀ ਖੜੇ ਨੇ, ਲੋਕ ਇਕੱਠੇ ਹੋਏ ਖੜੇ ਨੇ, ਇੱਕ ਪਾਰਟੀ ਇੱਧਰ ਖੜੀ ਆ, ਇੱਕ ਉੱਧਰ ਖੜੀ ਆ, ਸਾਰੀਆਂ ਦੀਆਂ ਫੋਟੋਆਂ ਨੇ ਅਖਬਾਰਾਂ 'ਚ ਵੀ ਬੈਲਟ ਪੇਪਰ ਰਾਹੀਂ ਚੋਣਾਂ ਕਿਵੇਂ ਲੁੱਟੀਆਂ ਜਾਂਦੀਆਂ ਸੀ। ਸੋ ਇਸ ਬੜਾ ਵੱਡਾ ਬਿਆਨ ਦਿੱਤਾ ਤੁਸੀਂ ਇਹ ਵਾਲਾ। ਦੇਖੋ ਹਕੀਕਤ ਆ ਜੀ, ਮੈਂ ਜ਼ਿੰਮੇਵਾਰੀ ਨਾਲ ਬਿਆਨ ਦਿੰਦਾ, ਤੇ ਜੇ ਮੈਂ ਕੋਈ ਗਲਤ ਗੱਲ ਕਹੂੰ ਮੈਂ ਜਵਾਬ ਦਿਆਂ, ਕਿਸੇ ਵੀ ਤਰ੍ਹਾਂ ਦਾ ਜਵਾਬ ਦਿਆਂ। ਸੋ ਇਸ ਕਰਕੇ ਜਿਹੜੀ ਈਵੀਐਮ ਵਾਲੀ ਗੱਲ ਆ, ਇਹ ਇੱਕ ਆਰਐਸਐਸ ਦੀ ਸੋਚੀ ਸਮਝੀ ਸਾਜ਼ਿਸ਼ ਆ। ਈਵੀਐਮ 'ਚ ਗੜਬੜਾਂ ਨੇ, ਟੈਕਨੀਕਲ ਗੜਬੜਾਂ ਵੀ ਨੇ, ਹੋਰ ਵੀ ਹੋ ਸਕਦੀਆਂ ਨੇ, ਜਿਨ੍ਹਾਂ ਨੂੰ ਦੂਰ ਕਰਨਾ ਜ਼ਰੂਰੀ ਆ। ਪਰ ਈਵੀਐਮ ਰਾਹੀਂ ਚੋਣਾਂ ਜਿੱਤੀਆਂ ਜਾ ਰਹੀਆਂ ਨੇ, ਇਹ ਕਹਿਣ ਦਾ ਮਤਲਬ ਕੀ ਆ? ਮੋਦੀ ਜਿਹੜੀ ਹਿੰਦੂਵਾਦ ਦੀ ਸਿਆਸਤ ਉਭਾਰ ਰਿਹਾ, ਪੁਲਵਾਮਾ ਕੀ ਆ ਤੇ ਮੁੜ ਕੇ ਬਾਲਾਘਾਟ ਕੀ ਆ, ਹੈ ਜੀ, ਅਯੁੱਧਿਆ ਕੀ ਆ,
ਤੁਸੀਂ ਦੇਖੋ ਉਹ ਇਸ਼ੂ ਕਿਹੜੇ ਉਭਾਰ ਕੇ ਸਾਰੇ ਮੁਲਕ ਨੂੰ ਮਤਲਬ ਗੁੰਮਰਾਹ ਕਰਕੇ ਵੋਟਾਂ ਪਵਾ ਰਿਹਾ। ਤੁਸੀਂ ਉਹਦੀ ਹਿੰਦੂ ਫਾਸੀਵਾਦੀ ਜਿਹੜੀ ਸਿਆਸਤ ਆ ਜਿਹਦਾ ਜਵਾਬ ਦੇਣ ਦੇ ਤੁਸੀਂ ਸਮਰੱਥ ਨਹੀਂ। ਤੁਸੀਂ ਉਹ ਤੋਂ ਧਿਆਨ ਹਟਾ ਰਹੇ ਹੋ ਲੋਕਾਂ ਦਾ ਵੀ ਮੋਦੀ ਦੀ ਸਿਆਸਤ ਕਰਕੇ ਨਹੀਂ, ਮੋਦੀ ਦੇ ਹਿੰਦੂਵਾਦ ਕਰਕੇ ਨਹੀਂ, ਇਹ ਤਾਂ EVM ਕਰਕੇ ਜਿੱਤ ਹੋ ਰਹੀ ਹੈ। ਫਿਰ ਤੁਸੀਂ ਇਹ ਕਹਿ ਰਹੇ ਹੋ ਵੀ ਜਦੋਂ ਤੱਕ EVM ਆ ਮੋਦੀ ਦਾ ਰਾਜ ਰਹੂ। ਤੁਸੀਂ ਲੋਕਾਂ 'ਚ ਬੇਦਿਲੀ ਪੈਦਾ ਕਰ ਰਹੇ ਹੋ, ਡਰ ਪੈਦਾ ਕਰ ਰਹੇ ਹੋ ਵੀ ਮੋਦੀ ਨੂੰ ਨਹੀਂ ਹਰਾਇਆ ਜਾ ਸਕਦਾ। ਇਦੋਂ ਵੱਡੀ RSS ਦੀ ਸੇਵਾ, ਭਾਜਪਾ ਦੀ ਸੇਵਾ ਕੀ ਹੋਊਗੀ? ਜਿਹੜਾ ਬੰਦਾ ਕਹਿੰਦਾ EVM ਨਾਲ ਇਹ ਆ, ਇਹ ਉਹਨਾਂ ਦਾ ਸਿਆਸੀ ਤੌਰ ਤੇ ਤੁਸੀਂ ਕਹਿੰਦੇ ਤੁਸੀਂ ਤਾਂ ਇਹ ਫਿਰ ਕਹਿਣ ਲੱਗ ਪਏ ਨਾ ਜਥੇਦਾਰ ਸਾਹਿਬ RSS ਦੇ ਭਾਜਪਾ ਦੇ ਨੇ। ਨਹੀਂ ਜੋ ਇਹ ਬਿਆਨ ਦਿੰਦੇ ਨੇ ਤਾਂ ਫਿਰ ਨਹੀਂ, ਕੋਈ ਕਿਸੇ ਦਾ ਨਹੀਂ ਹੁੰਦਾ ਜੀ। ਮੰਨ ਲਓ ਹੁਣ ਮੈਂ EVM ਬਾਰੇ ਇਹ ਬੋਲ ਰਿਹਾ, ਮੈਨੂੰ ਵੀ ਕੋਈ ਕਹਿ ਸਕਦਾ ਵੀ ਕਿਉਂਕਿ EVM ਮੋਦੀ EVM ਰਾਹੀਂ ਚੁਣਿਆ ਜਾਂਦਾ। ਮਾਲੀ ਜੀ ਦੇਖੋ ਮੋਦੀ ਦੀ ਹਮਾਇਤ ਕਰ ਰਿਹਾ EVM ਦੀ ਹਮਾਇਤ ਕਰਕੇ। ਇਹ ਮੇਰੇ ਵਿਚਾਰ ਨੇ, ਇਹ ਉਹਨਾਂ ਦੇ ਵਿਚਾਰ ਨੇ। ਐ ਨਹੀਂ ਵੀ ਕੋਈ ਕਿਸੇ ਦਾ ਇਹ ਇਸ ਤਰ੍ਹਾਂ ਏਜੰਟੀ ਨਹੀਂ ਹੁੰਦੀ। ਸਭ ਤੋਂ ਵਧੀਆ ਇਹ ਹੁੰਦਾ ਤੁਸੀਂ ਬੰਦੇ ਦਾ ਰਿਸਪੌਂਸ ਸਿਸਟਮ ਆ, ਜਿਹੜਾ ਹੁੰਗਾਰਾ ਸਿਸਟਮ ਆ, ਉਹਨੂੰ ਕੰਟਰੋਲ ਕਰ ਲਓ। ਚਾਹੇ ਪ੍ਰਚਾਰ ਰਾਹੀਂ ਕੰਟਰੋਲ ਕਰ ਲਓ, ਚਾਹੇ ਐਜੂਕੇਸ਼ਨ ਰਾਹੀਂ ਕੰਟਰੋਲ ਕਰ ਲਓ। ਅਸੀਂ ਇਹੀ ਕਹਿੰਦੇ ਸੀ ਨਾ ਜੀ, ਅੰਗਰੇਜ਼ਾਂ ਨੇ ਜਿਹੜਾ ਵਿਦਿਅਕ ਸਿਸਟਮ ਬਣਾਇਆ, ਇਹਨਾਂ ਨੇ ਚਿੱਟੇ ਕਾਲਾਂ ਵਾਲੇ ਕਲਰਕ ਪੈਦਾ ਕਰਨਾ ਸ਼ੁਰੂ ਕਰਤਾ। ਇਹਨਾਂ ਨੇ ਆਪਣੀ ਸੋਚ ਦੇ ਬੰਦੇ ਅਪਣਾ ਲਏ। ਸੋ ਜਿਹੜੀ RSS ਆ, ਭਾਜਪਾ, ਉਹ ਆਪਣੇ ਪ੍ਰਚਾਰ ਦੇ ਜ਼ੋਰ ਨਾਲ ਲੋਕਾਂ ਦਾ ਰਿਸਪੌਂਸ ਸਿਸਟਮ ਬਦਲ ਰਹੀ ਆ। ਤੇ ਅਸੀਂ ਲੱਗਦਾ ਸਾਨੂੰ ਆਇਆ ਵੀ ਅਸੀਂ ਉਹਦਾ ਬਹੁਤ ਵਿਰੋਧ ਕਰ ਰਹੇ ਹਾਂ, ਅਸੀਂ ਉਹਦੇ ਜਾਲ ਦੇ ਵਿੱਚ ਫਸਦੇ ਜਾ ਰਹੇ ਹੁੰਦੇ ਹਾਂ। ਸੋ ਆਹ ਜਿਹੜਾ ਬਿਆਨ ਹੈ EVM ਵਾਲਾ ਬਹੁਤ ਗਲਤ ਆ, ਬਹੁਤ ਖਤਰਨਾਕ ਆ। ਇਹ ਕਿਉਂ ਨਹੀਂ ਕਹਿੰਦੇ ਜਿਹੜੇ ਕਹਿੰਦੇ ਨਹੀਂ ਉਹ ਸਾਨੂੰ ਲੀਰੋ ਲੀਰ ਕਰ ਦੇਣਗੇ? ਤੁਸੀਂ ਕਹੋ ਵੀ ਇਹ ਜਿਹੜੀ ਸਰਕਾਰ ਆ ਇਹ ਘੱਟ ਗਿਣਤੀਆਂ ਦੀ ਦੁਸ਼ਮਣ ਸਰਕਾਰ ਆ, ਇਹ ਘੱਟ ਗਿਣਤੀਆਂ ਦੀ ਵਿਰੋਧੀ ਸਰਕਾਰ ਆ। ਇਹਨਾਂ ਨੇ ਕਸ਼ਮੀਰ ਨਾਲ ਐ ਕੀਤਾ, ਇਹਨਾਂ ਨੇ ਮੁਸਲਮਾਨਾਂ ਨਾਲ ਐ ਕੀਤਾ, ਇਹ ਸਿੱਖਾਂ ਨਾਲ ਐ ਕਰਨ ਜਾ ਰਿਹਾ, ਇਹ ਕਰਤਾਰਪੁਰ ਦਾ ਲਾਂਘਾ ਨਹੀਂ ਖੋਲ ਰਹੇ। ਇਸ਼ੂ ਲਿਆਓ ਨਾ ਸਾਹਮਣੇ, ਇਸ਼ੂ ਤੁਸੀਂ ਸਾਹਮਣੇ ਲਿਆਉਂਦੇ, ਤੁਸੀਂ ਕਹਿੰਦੇ ਸਾਨੂੰ ਲੀਰੋ ਲੀਰ ਕਰ ਦੂ ਜੀ। ਜਿਵੇਂ ਤੁਸੀਂ ਸਾਰੀ ਗੱਲਬਾਤ ਸੁਣੀ ਹੈ ਕਿ ਜੋ ਬਿਆਨ ਸੀ ਮਾਲਵੀ ਸਿੰਘ ਮਾਲੀ ਜੀ ਦਾ, ਇਹੀ ਕਹਿਣਾ ਕਿ ਜੋ ਬਿਆਨ ਸੀ ਉਹ ਇੱਕ ਸਿਆਸਤ ਤੋਂ ਪ੍ਰੇਰਿਤ ਬਿਆਨ ਹੈਗਾ ਸੀ। ਜਥੇਦਾਰ ਸਾਹਿਬ ਨੇ ਬਿਆਨਬਾਜ਼ੀ ਤਾਂ ਕੀਤੀ ਹੈ, ਪਰ ਕਿਤੇ ਨਾ ਕਿਤੇ ਜਿਵੇਂ ਸਿਆਸੀ ਗਲਿਆਰੇ ਵਿੱਚ ਲੈ ਕੇ ਜਾਂ ਧਾਰਮਿਕ ਮੁੱਦਿਆਂ ਨੂੰ ਲੈ ਕੇ ਉਹ ਛੋਂਦਾ ਵੀ ਹੈ, ਪਰ ਰਾਜਨੀਤੀ ਨੂੰ ਵੀ ਕਿਤੇ ਨਾ ਕਿਤੇ ਟੱਚ ਕਰਦਾ ਹੈ। ਜੋ ਬਿਆਨਬਾਜ਼ੀ ਕੱਲ ਹੋਈ ਹੈ, ਹੁਣ ਸਮੇਂ ਦੇ ਨਾਲ ਹੀ, ਬਦਲਾਵ ਦੇ ਨਾਲ ਹੀ ਜਾ ਕੇ ਧਾਰਮਿਕ ਮੁੱਦੇ ਜਾਂ ਧਾਰਮਿਕ ਬਦਲਾਵ ਆਉਂਦੇ ਰਹਿੰਦੇ ਨੇ, ਰਾਜਨੀਤੀ ਬਦਲਾਵ ਵੀ ਆਉਂਦੇ ਰਹਿੰਦੇ ਨੇ। ਅੱਗੇ ਜਾ ਕੇ ਦੇਖਾਂਗੇ ਕਿ ਇਹਨਾਂ ਸਪੀਚ ਤੋਂ ਜਾਂ ਇਹਨਾਂ ਧਾਰਮਿਕ ਜਥੇਬੰਦੀਆਂ ਤੋਂ ਅੱਗੇ ਜਾ ਕੇ ਸਿੱਟਾ ਕੀ ਨਿਕਲੇਗਾ। ਉਮੀਦ ਤਾਂ ਇਹ ਕੀਤੀ ਜਾ ਰਹੀ ਸੀ ਕਿ ਜੀ ਜਥੇਦਾਰ ਸਾਹਿਬ ਆਏ ਨੇ ਤਾਂ ਉਹ ਗੱਲ ਜਿਹੜੀ ਬਿਲਕੁਲ ਨਿਰਪੱਖ ਰੱਖਣਗੇ, ਪਰ ਲੱਗਦਾ ਕਿਤੇ ਨਿਰਪੱਖ ਹੋਈ ਹੈ ਜਾਂ ਨਹੀਂ ਹੋਈ ਹੈ, ਜਾਂ ਪੱਖਪਾਤ ਹੋ ਰਿਹਾ, ਇਹ ਵੀ ਸਮਾਂ ਦੱਸੂਗਾ। ਅੱਗੇ SGPC ਦੇ ਇਲੈਕਸ਼ਨ ਵੀ ਗਏ ਨੇ, ਉਸ ਨੂੰ ਜੋੜ ਕੇ ਵੀ ਦੇਖਿਆ ਜਾ ਰਿਹਾ ਸਾਰੀ ਸਪੀਚ ਨੂੰ। ਤਾਂ ਫਿਰ ਆਪਾਂ ਕਿਸੇ ਨਵੇਂ ਸ਼ਖਸ ਨਾਲ ਗੱਲਬਾਤ ਕਰਾਂਗੇ। ਸਾਨੂੰ ਦਿਓ ਇਜਾਜ਼ਤ, ਧੰਨਵਾਦ।